वाहिगुरु जी का खालसा वाहिगुरु जी की फतेह। सतगुरां दी पावन निकी गोद विच पिछले पहर दे दीवाना अंदर बड़ी ही भावना दे नाल आप जी जुड़ बैठे हो। खुले दर्शन दीदार सतगुरां दे प्राप्त हो रहे हैं। आओ इस समय नूं सफला बनाइए। गुरु साहिब जियां दे पावन जीवन कौतुकां दे विचों आप जी ने सरवण कीता सी। सतगुरां दे पिता कल्याण चंद जदों पंडित हरदयाल नूं वध घट बोले, पंडित जी ने स्पष्ट आखिया जो अपने संबंधी होणगे इन्हां नूं पछाण नहीं सकते। कालू जी तुसी निशर्तक हो, तुहाडे अंदर शरधा नहीं। जिदण ये जवान होणगे इन्हां दी महिमा फैलेगी। हो सकता है तुहानूं माड़ी मोटी किते समझ आ जाए। पिता उठ के घरे आ गए। अज रात्रि का समय माता तृप्ता जी अपने पुत्र समेत सो रहे हैं। 1.5 पहर रात रही है। माता जी नूं सुपने का एहसास होया। जिस सपने विच वेख रहे ने पुत्र नानक एक संघासन ते बैठे ने। हजारां देवी देवते बारंबार आके नमस्कारां बंदना ते अरजोइयां करते ने। जिस सेजा ते पातशाह बैठे ने उत्थे गुलाब ते फुल ते पत्तियां दी सेजा है। माता जी वेख वेख सुपना बड़े हैरान ते आश्चर्य हो रहे ने। इन्हां सारे प्रसंगां नूं बड़े विस्तार सहित आप जी ने सरवण कीता है। आओ जी कुछ क समां सतगुरां दे जीवन कौतुकां नाल जुड़ के इस वक्त नूं सफला बनाइए। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। चौपाई घर आलंब को देवण हेतु प्रगटे श्री बेदी कुल केतु। धन माता तृप्ता जी जो अमृत वेले जिस सुपने नूं वेख रहे ने वो बिल्कुल साक्षात है, प्रतख है। नजर पई पुत बहुत बड़े पलंगे ते बैठा है, संघासन ते सजिया है। छोटे छोटे चरण हैं। गुरु साहब अपने चरण लटका के बैठे आ। स्वर्गां दे देवी देवते गुरु नानक साहिब जी की पूजा करते आ, मत्था टेकते ने। उन्हां अगे बेनतियां करते ने, ए बेदियां दी कुल दे मालक तुसी जगत नूं प्रतिपालण वाले हो, सृष्टि दे नायक हो। भाग साडे जागे आ, अज दीदार करन दा सुभाग मिलिया ए। भगत जगत मद विदत करन को कलमल दुष्टन दंभ दरण को। देवी देवते बेनतियां करते ने, पातशाह जी आप जी ने भव सागर विच अवतार लिया है।
ਬੁਰਾਈਆਂ ਨੂੰ ਖਤਮ ਕਰਨ ਵਾਸਤੇ, ਮਾੜੇ ਲੋਕਾਂ ਨੂੰ ਮਕਾਉਣ ਲਈ ਤੇ ਭਗਤੀ ਦਾ ਜਾਪ ਕਰਾਉਣ ਲਈ। ਤੇ ਕਿਰਪਾ ਕਰਿਓ ਇਸ ਕਲਯੁਗ ਦੇ ਝੋਰੇ ਵਿੱਚੋਂ ਸਾਨੂੰ ਵੀ ਬਚਾ ਲਿਓ, ਸਾਡੇ ਤੇ ਵੀ ਦਇਆ ਕਰਿਓ, ਕਹਿੰਦੇ ਅਸੀਂ ਵੀ ਭਗਤੀ ਦੀ ਅੰਸ਼ ਪ੍ਰਾਪਤ ਕਰ ਸਕੀਏ। ਦੇਵੀ ਦੇਵਤੇ ਇਹ ਬੇਨਤੀਆਂ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਦੇ ਸਾਨੂੰ, ਤੇ ਮਾਤਾ ਇਸ ਦ੍ਰਿਸ਼ ਨੂੰ ਵੇਖ ਰਹੇ ਆ। ਚੌਰ ਢੁੱਲਦਾ ਹੈ, ਛਤਰ ਢੁੱਲਦਾ ਹੈ, ਗੁਰੂ ਸਾਹਿਬ ਦੇ ਚਰਨਾਂ ਵਿੱਚ ਤਿੰਨੇ ਦੇਵਤੇ ਬੈਠੇ ਨੇ, ਬ੍ਰਹਮਾ, ਵਿਸ਼ਨ ਤੇ ਸ਼ਿਵ। ਚਰਨਾਂ ਨੂੰ ਸਪਰਸ਼ ਕਰਦੇ ਆ ਚੰਦਨ ਲੈ ਕੇ। ਗੁਰੂ ਨਾਨਕ ਸਾਹਿਬ ਜੀ ਦੇ ਛੋਟੇ ਛੋਟੇ ਚਰਨਾਂ ਨੂੰ ਉਹ ਅਰਪਿਤ ਕਰਦੇ ਨੇ। ਚੌਪਈ ਕਲਮੀ ਪਾਵਨ ਪੰਥ ਨਰਨ ਕੋ, ਪ੍ਰਦ ਸਤ ਸੰਗਤ ਜਗਤ ਤਰਨ ਕੋ। ਪਾਤਸ਼ਾਹ ਜੀ ਆਪ ਜੀ ਕਲਯੁਗ ਦੇ ਸਮੇਂ ਦੇ ਬੋਹਿਤ ਹੋ, ਆਪ ਸਾਗਰ ਹੋ। ਤੁਹਾਡੇ ਨਾਮ ਤੋਂ ਬਗੈਰ ਇਸ ਕਲਯੁਗ ਦਾ ਭਾਰ ਨਾ ਧਰਤੀ ਤੋਂ ਝੱਲਿਆ ਜਾਣਾ ਤੇ ਨਾ ਝੱਲਿਆ ਜਾਣਾ ਇਸ ਲੁਕਾਈ ਤੋਂ। ਤੇ ਸਾਡੇ ਤੇ ਵੀ ਰਹਿਮਤ ਕਰਿਓ, ਅਸੀਂ ਵੀ ਕਿਤੇ ਕਲਯੁਗ ਦੇ ਪ੍ਰਭਾਵ ਥੱਲੇ ਨਾ ਦਬ ਜਾਈਏ। ਬਾਰ-ਬਾਰ ਦੇਵੀ ਦੇਵਤੇ ਚਰਨਾਂ ਨੂੰ ਪਲੋਸਦੇ ਆ ਚੰਦਨ ਤੇ ਕੇਸਰ। ਉਹਨਾਂ ਨੇ ਛਿੜਕਾਵ ਕੀਤਾ ਹੈ, ਗੁਰੂ ਸਾਹਿਬ ਦੇ ਕੇਸਾਂ ਵਿੱਚ ਵੀ ਪਿਆ ਹੈ। ਉਮਰ ਬਹੁਤ ਛੋਟੀ ਹੈ ਨਾ ਜਿਸ ਰੂਪ ਦੀ। ਸਤਿਗੁਰਾਂ ਦੇ ਚਰਨ ਵੀ ਉਸ ਕੇਸਰ ਦੇ ਨਾਲ ਭਿੱਜੇ ਹੋਏ ਆ ਜੋ ਮਹਿਕਾਂ ਖਿਲਾਰਦਾ ਏ। ਨਾਮ ਜਪਾਵਨ ਧਿਆਨ ਚਰਨ ਕੋ, ਭਗਤਨ ਦੁਖਾਂ ਜਨਮ ਮਰਨ ਕੋ। ਜਿੱਥੇ ਦੇਵੀ ਦੇਵਤੇ ਪੁਕਾਰਾਂ ਕਰਦੇ ਆ, ਲੱਖਾਂ ਹੀ ਆਉਂਦੇ ਲੱਖਾਂ ਹੀ ਜਾਂਦੇ ਆ, ਗਿਣਤੀ ਕੋਈ ਨਹੀਂ। ਕਹਿੰਦੇ ਸਾਰੀ ਰਾਤ ਮਾਤਾ ਜੀ ਵੇਖਦੇ ਰਹੇ, ਪਰ ਹੈਰਾਨੀ ਦੀ ਗੱਲ ਇਹ ਹੈ ਵੀ ਮਾਤਾ ਜੀ ਨੇ ਸੁਪਨੇ ਵਿੱਚ ਆਪਣੇ ਆਪ ਨੂੰ ਨਹੀਂ ਵੇਖਿਆ। ਸੁਭਾਵਿਕ ਗੱਲ ਹੈ, ਸਾਡਾ ਦੁਨਿਆਵੀ ਲੋਕਾਂ ਦਾ ਜਦੋਂ ਸੁਪਨਾ ਹੁੰਦਾ ਨਾ, ਅਸੀਂ ਸੁਪਨੇ ਵਿੱਚ ਆਪਣੇ ਆਪ ਨੂੰ ਵੇਖਦੇ ਹਾਂ। ਸਾਨੂੰ ਆਪਣਾ ਰੂਪ ਦਿਸਦਾ, ਅਸੀਂ ਭੱਜੇ ਫਿਰਦੇ ਹਾਂ, ਰੋਂਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ। ਪਰ ਜਿਸ ਸੁਪਨੇ ਦੇ ਵਿੱਚ ਮਨੁੱਖ ਨੂੰ ਆਪਣਾ ਆਪ ਪ੍ਰਤੀਤ ਹੋਵੇ, ਉਹ ਹਮੇਸ਼ਾ ਬੁਨਿਆਦੀ ਹੈ, ਕਾਲਪਨਿਕ ਹੈ। ਪਰ ਜਿਸ ਸੁਪਨੇ ਵਿੱਚ ਮਨੁੱਖ ਆਪਣੇ ਆਪ ਨੂੰ ਨਹੀਂ ਵੇਖ ਸਕਦਾ, ਕੇਵਲ ਆਸਾ ਪਾਸਾ ਵੇਖਦਾ ਹੈ, ਉਹ ਸੁਪਨਾ ਹਮੇਸ਼ਾ ਸੱਚ ਹੁੰਦਾ ਹੈ। ਦੋ ਤਰ੍ਹਾਂ ਦੇ ਭੇਦ ਨੇ ਸੁਪਨਿਆਂ ਦੇ। ਮਾਇਆਧਾਰੀ ਲੋਕ, ਦੁਨਿਆਵੀ ਲੋਕ ਸੁਪਨੇ ਵਿੱਚ ਪਰੇਸ਼ਾਨ ਹੁੰਦੇ ਆ, ਦੁਖੀ ਹੁੰਦੇ ਆ, ਸਰੀਰ ਵੀ ਥੱਕ ਟੁੱਟ ਜਾਂਦਾ ਹੈ, ਬੋਲਦੇ ਰਹਿੰਦੇ ਆ। ਪਰ ਭਗਤੀ ਵਾਲੇ ਸੁਪਨੇ ਵਿੱਚ ਵੀ ਬੰਦਗੀ ਕਰਦੇ ਆ, ਨਾਮ ਜਪਦੇ ਆ। ਇਸ ਕਰਕੇ ਉਹ ਆਪਣਾ ਆਪ ਨਹੀਂ ਵੇਖ ਸਕਦੇ, ਕਿਉਂਕਿ ਉਹਨਾਂ ਨੇ ਆਪਣੀ ਈਗੋ, ਹਉਮੈ ਖਤਮ ਕਰ ਲਈ। ਤੇ ਜਿਹਦੇ ਅੰਦਰ ਮਾਇਆ ਭਾਸਦੀ ਹੈ, ਅਹੰਕਾਰ ਬੈਠਾ ਨਾ, ਅਸੀਂ ਉਹ ਲੋਕ ਆ, ਅਸੀਂ ਸੁਪਨੇ ਵਿੱਚ ਆਪਣੇ ਆਪ ਨੂੰ ਏਦਾਂ ਵੇਖਦੇ ਹਾਂ ਜਿਵੇਂ ਟੀਵੀ ਸਕਰੀਨ ਤੇ ਵੇਖਿਆ। ਤੇ ਸਾਡੀ ਬਿਰਤੀ ਕਲਯੁਗੀ ਹੈ। ਇਸ ਕਰਕੇ ਜਿਹੜੇ ਸਾਡੇ ਸੁਪਨੇ ਆ ਸਾਨੂੰ ਪਰੇਸ਼ਾਨ ਕਰਨ ਵਾਲੇ ਆ, ਪਰ ਰੱਬ ਦੇ ਪਿਆਰੇ ਉਹਨਾਂ ਦੇ ਸੁਪਨੇ ਕਿਹੜੇ ਆ? ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਤਾਕੇ ਪਗ ਕੀ ਚਾਵਹੀ, ਮੇਰੇ ਪਗ ਕੋ ਜਾਮ। ਕਹਿੰਦੇ ਤਾਕੇ ਪਗ ਕੀ ਪਨ ਹੀ ਨਾਮ ਜੁੱਤੀ ਦਾ। ਭਗਤ ਕਬੀਰ ਕਹਿੰਦੇ ਜਿਨ੍ਹਾਂ ਨੂੰ ਸੁਪਨੇ ਵਿੱਚ ਵੀ ਰੱਬ ਦਿਸਦਾ ਨਾ, ਵਾਹਿਗੁਰੂ ਵਾਹਿਗੁਰੂ ਜਪਦੇ ਆ ਨਾ, ਉਹਨਾਂ ਦੇ ਸਨਮੁਖ ਮੇਰਾ ਸਰੀਰ ਆ ਨਾ ਜਿਹੜਾ, ਮੈਂ ਸੌਂਪ ਦਿੱਤਾ, ਉਹ ਮੇਰੀ ਖੱਲ ਲਾ ਕੇ ਜੁੱਤੀ ਬਣਾ ਕੇ ਆਪਣੇ ਚਰਨਾਂ 'ਚ ਪਾ ਲੈਣ, ਕਿਉਂਕਿ ਉਹ ਭਗਤੀ ਵਾਲੀਆਂ ਆਤਮਾ ਨੇ ਜੋ ਸੁਪਨੇ ਵਿੱਚ ਵੀ ਚੇਤੇ ਕਰਦੀਆਂ ਨੇ। ਤੇ ਸਾਡੇ ਸੁਪਨੇ ਕਿਹੜੇ ਹੁੰਦੇ ਆ? ਘਾਟੇ ਵਾਧੇ ਵਾਲੇ। ਕਿਸੇ ਨੂੰ ਪੁਲਿਸ ਫੜਦੀ ਫਿਰਦੀ, ਕੋਈ ਪਹਾੜਾਂ 'ਚ ਘੁੰਮਦਾ ਫਿਰਦਾ, ਕੋਈ ਪਾਣੀ 'ਚ ਡੁੱਬਦਾ, ਕੋਈ ਟ੍ਰੇਨ ਚੜ੍ਹ ਗਿਆ। ਸਾਡੇ ਤੇ ਦੁਨਿਆਵੀ ਸੁਪਨੇ, ਕੋਈ ਰਿਸ਼ਤੇਦਾਰ ਆ ਗਏ, ਕਿਸੇ ਨੂੰ ਮਰਿਆ ਹੋਈ ਦਿਸੀ ਅੰਦਰ, ਦੁਨਿਆਵੀ ਸੁਪਨੇ। ਪਰ ਭਗਤੀ ਵਾਲਿਆਂ ਦੇ ਸੁਪਨੇ ਐਸੇ ਹੁੰਦੇ ਆ, ਮਾਤਾ ਤ੍ਰਿਪਤਾ ਦੀ ਸੁਪਨਾ ਵੇਖ ਉਹਨੂੰ ਅਹਿਸਾਸ ਕਰ ਰਹੇ ਆ, ਅਚਰਜ ਹੋ ਰਹੇ ਆ, ਬੜੇ ਹੈਰਾਨ ਹੁੰਦੇ ਨੇ। ਤੇਨ ਆਸਰਾ ਏਕ ਸ਼ਰਨ ਕੋ, ਕੁਮਤ ਕੁਚਾਲ ਕੁਕਰਮ ਹਰਨ ਕੋ। ਪਰ ਭਾਗਾਂ ਵਾਲੀਆਂ ਰੂਹਾਂ ਬੇਨਤੀ ਕਰਦੀਆਂ ਨੇ, ਸਤਿਗੁਰੂ ਜੀ ਤੁਸੀਂ ਸੰਸਾਰ ਨੂੰ ਸਿੱਧੇ ਰਾਹ ਪਾਉਣ ਆਏ ਹੋ। ਕਹਿੰਦੇ ਜਿੱਥੇ ਉਹ ਬੇਨਤੀਆਂ ਕਰਦੇ ਆ, ਅਰਜ਼ੋਈਆਂ ਕਰਦੇ ਆ, ਛਿੜਕਿਆ ਹੋਇਆ ਚੰਦਨ ਤੇ ਕੇਸਰ, ਉਹਦੀਆਂ ਮਹਿਕਾਂ ਮਾਤਾ ਜੀ ਦੀ ਨਾਸਕਾ ਤੱਕ ਆ ਰਹੀਆਂ ਨੇ, ਮਹਿਸੂਸ ਕਰ ਰਹੇ ਆ।
ਦੇਵਤਿਆਂ ਦੀਆਂ ਆਵਾਜ਼ਾਂ ਕੰਨਾਂ ਨਾਲ ਸੁਣ ਰਹੇ ਆ, ਅੱਖਾਂ ਨਾਲ ਵੇਖ ਰਹੇ ਆ। ਬਹੁਤਾਤ ਵਿੱਚ ਬੜੇ ਸੁਪਨੇ ਐਸੇ ਹੁੰਦੇ ਆ, ਵੇਖਿਆ ਗੰਦਗੀ ਦਾ ਢੇਰ ਸੁਪਨੇ ਦੇ ਵਿੱਚ ਅਤੇ ਬਦਬੂ ਨੱਕ ਰਾਹੀਂ ਆ ਰਹੀ ਹੈ, ਫੀਲ ਕਰ ਰਹੇ ਆ। ਵੇਖਿਆ ਕਿਤੇ ਮਹਿਕਾਂ ਦਾ ਭੰਡਾਰ ਹੈ ਤੇ ਖੁਸ਼ਬੂ ਨਾਸਕਾਂ ਦੁਆਰਾ ਆ ਰਹੀ ਹੈ, ਫੀਲ ਹੋ ਰਹੀ ਹੈ। ਜਿਸ ਸੁਪਨੇ ਦੇ ਵਿੱਚ ਪੰਜੇ ਕੋਸ਼ ਕੰਮ ਕਰਦੇ ਹੋਣ, ਅੰਨਮਈ ਕੋਸ਼, ਮਨਮਈ ਕੋਸ਼, ਗਿਆਨਮਈ ਕੋਸ਼, ਵਿਗਿਆਨਮਈ ਕੋਸ਼, ਜਿੱਥੇ ਪੰਜ ਦੇ ਪੰਜ ਜਾਗਰਤ ਹੋਣ ਨਾ ਭਾਵ ਉਹ ਸੁਪਨਾ ਸੁਪਨਾ ਨਹੀਂ ਹੁੰਦਾ, ਸੁਪਨਾ ਵੀ ਹਕੀਕਤ ਹੁੰਦਾ। ਤੇ ਅਸੀਂ ਤੇ ਸੁਪਨੇ 'ਚ ਪਏ ਕਿਤੇ ਬੋਲਦੇ ਹੋਈਏ, ਕੋਈ ਵੱਟ ਕੇ ਥੱਪੜ ਮਾਰੇ ਮੁੜ ਕੇ ਚੁੱਪ ਕਰ ਜਾਈਦਾ, ਉੱਠ ਕੇ ਕਹੀਦਾ ਮੈਨੂੰ ਪਤਾ ਨਹੀਂ ਕਿੱਥੇ ਆ ਮੈਂ, ਕਿਉਂਕਿ ਖੋਏ ਹੁੰਦੇ ਆ। ਪਰ ਮਾਤਾ ਤ੍ਰਿਪਤਾ ਉਸ ਆਨੰਦ ਵਿੱਚ ਸੁਪਨਾ ਵੇਖ ਵੇਖ ਆਸ਼ਚਰਜ ਹੁੰਦੇ, ਹੈਰਾਨ ਹੁੰਦੇ ਆ। ਕਹਿੰਦੇ ਮਹਿਕਾਂ ਬੜੀਆਂ ਸੋਹਣੀਆਂ ਆ ਰਹੀਆਂ ਨੇ, ਉਸ ਚੰਦਨ ਕੇਵੜੇ ਦੀਆਂ ਸੁਗੰਧੀਆਂ ਦਾ ਜੋ ਛਿੜਕਾਅ ਹੁੰਦਾ ਹੈ ਮਾਤਾ ਜੀ ਦੇ ਬਿਸਤਰੇ ਉੱਤੇ, ਮੁੱਖ ਉੱਤੇ ਵੀ ਹੋ ਰਿਹਾ, ਜਿਹਨੂੰ ਉਹ ਮਹਿਸੂਸ ਕਰਦੇ ਨੇ। ਹੀਰ ਮੀਰ ਸਿੱਧ ਦਰਪ ਸ਼ਰਨ ਕੀ, ਵਾਹਿਗੁਰੂ ਦੀ ਜਾਪ ਚਰਨ ਕੋ। ਵੱਡੇ ਵੱਡੇ ਰਾਜੇ ਜਨਕ ਵਰਗੇ ਸਾਧੂ ਹੱਥ ਜੋੜ ਜੋੜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੇ ਤੇ ਗੁਰੂ ਸਾਹਿਬ ਛੋਟਾ ਜਿਹਾ ਹੱਥ ਸਿਰ ਤੇ ਰੱਖ ਦਿੰਦੇ ਆ ਤੇ ਪਿਆਰ ਦੇ ਬਚਨ ਬੋਲਦੇ ਉਹਨਾਂ ਨਾਲ। ਪਤਾ ਨਹੀਂ ਕਿਹੜੀਆਂ ਰੂਹਾਂ ਨੇ ਉਹ ਭਗਤੀ ਵਾਲੀਆਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਆ ਕੇ ਚਰਨ ਪਰਸ ਰਹੀਆਂ ਨੇ। ਕਹਿੰਦੇ ਇਹ ਕੋਈ ਦੁਨਿਆਵੀ ਸੁਪਨਾ ਨਹੀਂ ਸੀ, ਮਾਤਾ ਜੀ ਵੇਖ ਰਹੇ ਆ, ਸਾਖਸ਼ਾਤ ਵੇਖ ਰਹੇ ਆ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਲੇ ਜਾਗ ਰਹੇ ਸਨ, ਪਲਕੇ ਤੇ ਜੋ ਦਿਸਦਾ ਹੈ ਸੱਚਮੁੱਚ ਹੋ ਰਿਹਾ ਹੈ। ਉਸ ਕਮਰੇ ਦੇ ਵਿੱਚ ਇਹ ਵਰਤਾਰਾ ਉਸ ਵੇਲੇ ਵਰਤ ਰਿਹਾ ਸੀ। ਦੋਹਰਾ ਇਹ ਬਿਦ ਬੇ ਬੁੱਧ ਸੋ ਬਦਨ ਬਦ, ਪਦ ਅਰਬਿੰਦ ਮਨਾਏ। ਕਹਿੰਦੇ ਬੜੇ ਦੇਵੀ ਦੇਵਤਿਆਂ ਨੇ ਮੱਥਾ ਟੇਕਿਆ, ਵਾਰੀ ਸਿਰ ਨਮਸਕਾਰਾਂ ਕਰਕੇ ਵਾਪਸ ਜਾਂਦੇ ਰਹੇ। ਕਹਿੰਦੇ ਬਾਹਰ ਨਿਕਲਦੇ ਨੇ ਵਿਹੜੇ ਦੇ ਵਿੱਚ ਆਲੋਪ ਹੋ ਜਾਂਦੇ ਆ, ਮੁੜ ਕੇ ਦਿਸਦੇ ਨਹੀਂ। ਕੋਈ ਹੋਰ ਰੂਹਾਂ ਆਉਂਦੀਆਂ ਨਮਸਕਾਰ ਕਰਦੀਆਂ, ਵਿਮਾਨ ਚੜ੍ਹਦੀਆਂ ਚਲੇ ਜਾਂਦੀਆਂ ਨੇ। ਮਾਤਾ ਜੀ ਇਹ ਵੇਖ ਰਹੇ ਆ ਪਰ ਕੁਝ ਵੀ ਸਮਝ ਨਹੀਂ ਆਉਂਦਾ ਹੋ ਕੀ ਰਿਹਾ, ਕੀ ਹੋ ਰਿਹਾ। ਜਦ ਵੀ ਕੋਈ ਆਉਂਦਾ ਵਾਹਿਗੁਰੂ ਕਹਿੰਦਾ, ਧੰਨ ਗੁਰੂ ਨਾਨਕ, ਉਹਨਾਂ ਦੀ ਰਸਨਾ ਤੇ ਇਹ ਸ਼ਬਦ ਹੈ। ਤੇ ਗੁਰੂ ਸਾਹਿਬ ਹੱਸ ਹੱਸ ਕੇ ਬੜੇ ਪ੍ਰੇਮ ਚ ਭਿੱਜ ਕੇ ਸੋਹਣੇ ਸੋਹਣੇ ਬਚਨ ਕਰਦੇ। ਤੇ ਮਾਤਾ ਜੀ ਜਿਨ੍ਹਾਂ ਨੇ ਕੱਲ ਤੱਕ ਸੋਟੀ ਫੜ ਕੇ ਪੁੱਤ ਦੇ ਦੋ ਮਾਰਤੀਆਂ, ਕਿਤੇ ਨਾ ਕਿਤੇ ਅੰਤਸ਼ ਕਰਨ ਵਿੱਚੋਂ ਖਿਆਲ ਪਏ ਸਨ। ਜਿੰਨੇ ਸਾਡੇ ਸੁਪਨੇ ਚੱਲਦੇ ਉਹ ਕੀ ਨੇ? ਸਾਡੇ ਪੁਰਾਣੇ ਖਿਆਲਾਤ, ਪਿਛਲੇ ਜਨਮਾਂ ਦੇ ਖਿਆਲਾਤ, ਜਾਂ ਜੋ ਦਿਨ ਵਿੱਚ ਸੋਚਿਆ ਜੋ ਨਹੀਂ ਸੀ ਚਾਹੁੰਦੇ ਉਹ ਵੀ ਆ ਜਾਂਦਾ ਹੈ। ਬੜੀ ਵਾਰ ਹੁੰਦਾ ਕੋਈ ਗੱਲ ਆਪਾਂ ਕਰਕੇ ਕਿਸੇ ਨਾਲ ਛੱਡ ਦਿੰਦੇ ਆ ਤੇ ਸੁਪਨੇ ਚੋਂ ਗੱਲ ਚੱਲ ਪੈਂਦੀ ਉੱਥੇ ਜਿੱਥੇ ਛੱਡੀ ਹੁੰਦੀ ਹੈ। ਪਰ ਮਾਤਾ ਤ੍ਰਿਪਤਾ ਜੀ ਜਿਹੜੇ ਆਪਣੇ ਅੰਤਸ਼ ਕਰਨ ਦੇ ਵਿੱਚੋਂ ਉਸ ਚੀਜ਼ ਨੂੰ ਵੇਖ ਰਹੇ ਨੇ ਵੀ ਮੈਂ ਤੇ ਪੁੱਤਰ ਸਮਝਿਆ, ਦੁਨੀਆ ਮੱਥੇ ਟੇਕ ਰਹੀ ਹੈ, ਜ਼ਮਾਨਾ ਇਹਨਾਂ ਨੂੰ ਪਰਮਾਤਮਾ ਆਖਦਾ ਏ। ਗਏ ਆਪਣੇ ਲੋਕ ਕੋ ਜਹ ਜੈ ਤੀਜੋ ਆਏ। ਜਿੱਥੋਂ ਜਿੱਥੋਂ ਦੇਵੀ ਦੇਵਤੇ ਮਹਾਂਪੁਰਖ ਸਾਧੂ ਆਏ ਉਹ ਉੱਥੇ ਉੱਥੇ ਚਲੇ ਗਏ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਪਲੰਗੇ ਤੇ ਇਕੱਲੇ ਬੈਠੇ। ਮਾਤਾ ਜੀ ਹਰਕਤ ਵਿੱਚ ਆਏ, ਸਰੀਰ ਉਹਨਾਂ ਹਿਲਾਇਆ ਕਿਉਂਕਿ ਹੁਣ ਤੱਕ ਉਹ ਜੋ ਵੇਖ ਰਹੇ ਸੀ ਉਹਨੂੰ ਮਹਿਸੂਸ ਕਰ ਰਹੇ ਸੀ। ਇੱਕਦਮ ਜਿਸ ਵੇਲੇ ਸਾਰਾ ਵਰਤਾਰਾ ਵਰਤਣ ਤੋਂ ਹਟਿਆ, ਮਹਿਕਾਂ ਹੋਰ ਤੇਜ਼ ਹੋ ਗਈਆਂ। ਜਦ ਅੱਖ ਖੁੱਲੀ ਹੈ ਕਹਿੰਦੇ ਖੁਸ਼ਬੂ ਉਸੇ ਤਰ੍ਹਾਂ ਆ ਰਹੀ ਹੈ ਜਿਵੇਂ ਸੁਪਨੇ ਵਿੱਚ ਆਉਂਦੀ ਸੀ। ਹੁਣ ਕਦੇ ਏਦਾਂ ਹੋਇਆ ਜੀ? ਸੁਪਨੇ ਵਿੱਚ ਖਾਧੀ ਰੋਟੀ ਤੇ ਬੁਰਕੀਆਂ ਤੇ ਉਹਦਾ ਜੋ ਵੀ ਹੈ ਉਹ ਦੰਦਾਂ ਚ ਹੋ ਗਏ। ਗੁਰੂ ਕਲਗੀਧਰ ਜੀ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ ਤੇ ਪੰਜਵੇਂ ਪਾਤਸ਼ਾਹ ਜੀ ਦੀ ਕਥਾ ਦੇ ਵਿੱਚ ਜ਼ਿਕਰ ਆਏਗਾ ਭਾਈ ਕਲਿਆਣਾ ਜੀ ਦਾ, ਜੋ ਸੁਕੇਤ ਮੰਡੀ ਹਿਮਾਚਲ ਪ੍ਰਦੇਸ਼ ਜਾਂਦੇ ਆ। ਸੁਪਨੇ ਦੇ ਵਿੱਚ ਖਾਧੇ ਹੋਏ ਪਦਾਰਥ ਉਹਨਾਂ ਨੂੰ ਸਾਖਸ਼ਾਤ ਮਿਲਦੇ ਆ। ਤੇ ਜੇ ਆਪਾਂ ਮਾਲਵੇ ਦੀ ਧਰਤੀ ਦੀ ਗੱਲ ਕਰੀਏ, ਦਿਆਲਪੁਰਾ ਭਾਈ ਕਾ ਦੀਨਾ ਕਾਂਗੜ, ਇਸ ਧਰਤੀ ਤੇ ਗੁਰੂ ਸਾਹਿਬ ਨੇ ਭਾਈ ਸ਼ਮੀਰ ਨੂੰ ਕਈ ਜਨਮ ਸੁਪਨੇ ਜੀ ਭੁਗਤਾਤੇ। ਹੈ ਸੁਪਨਾ ਸੀ, ਲੱਖਾਂ ਜਨਮ ਕੱਟਦੇ, ਪਰ ਉਹਨਾਂ ਜਨਮਾਂ ਵਿੱਚ ਖਾਧੇ ਹੋਏ ਪਦਾਰਥ ਦੰਦਾਂ ਵਿੱਚ ਫਸੇ ਸੀ। ਕਿਉਂਕਿ ਸਾਡੇ ਦੰਦਾਂ ਦੀ ਬਣਤਰ ਐਸੀ ਹੈ, ਹਰ ਅਨਾਜ ਦਾ ਟੁਕੜਾ ਇਹਨਾਂ ਵਿੱਚ ਰਹਿੰਦਾ ਹੀ ਰਹਿੰਦਾ।
कोई फल खाइए, फ्रूट लईए, ਉਹਦੇ ਦਾਣੇ, ਉਹਦੇ ਬੀਜ, ਉਹਦੇ ਛਿਲਕੇ ਵੀ ਦੰਦਾਂ ਵਿੱਚ ਰਹਿੰਦੇ ਆ। ਕਹਿੰਦੇ ਜੋ ਰਾਤ ਨੂੰ ਖਾਧਾ ਤੇ ਸਵੇਰੇ ਦੰਦਾਂ ਵਿੱਚ ਹੋਵੇ ਤੇ ਹੈਰਾਨੀ ਦੀ ਗੱਲ ਨਹੀਂ ਹੈ। ਮਾਤਾ ਤ੍ਰਿਪਤਾ ਜਿਨ੍ਹਾਂ ਨੇ ਰਾਤ ਭਰ ਸੁਪਨੇ ਦੇ ਵਿੱਚ ਜੋ ਫੁੱਲ ਵੇਖੇ ਆ, ਕਹਿੰਦੇ ਉਹਨਾਂ ਦੇ ਬਿਸਤਰੇ ਤੇ ਵੀ ਪਏ ਆ, ਦੇਖੇ ਸੁਪਨੇ ਵਿੱਚ। ਜਿਹੜੀ ਮਹਿਕ ਸੁੱਤੇ ਪਿਆ ਆਉਂਦੀ ਸੀ, ਸੁਪਨੇ ਵਿੱਚ ਸੁੰਘੀ ਜਾ ਰਹੀ ਸੀ, ਉਹ ਮਹਿਕ ਅੱਗੇ ਨਾਲੋਂ ਵੀ ਵੱਧ ਹੈ। ਪੂਰਾ ਵਿਹੜਾ ਮਹਿਕਾਇਆ ਹੋਇਆ ਏ। ਸੋ ਪਈ ਅਚਰਜ ਭਈ ਹੀਰ ਕਰਮਾਤਾ, ਜਾਨੀ ਪਰ ਨ ਗਤ ਨਿਜ ਤਾਤਾ। ਮਾਤਾ ਜੀ ਉੱਠ ਕੇ ਬਹਿ ਗਏ, ਵੇਖਿਆ, ਦੀਵਾ ਜਗਾਇਆ, ਜੋਤ ਜਗਾਈ, ਪੁੱਤਰ ਪਲੰਗੇ ਤੇ ਪਿਆ, ਅੱਖਾਂ ਬੰਦ ਨੇ, ਜਾਗਦੇ ਵੀ ਨਹੀਂ। ਪਰ ਜੋ ਕੁਝ ਵੇਖਿਆ ਉਹ ਸਭ ਕੁਝ ਮਹਿਸੂਸ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਉੱਤੇ ਉਹ ਪਾਣੀ ਦੀਆਂ ਬੂੰਦਾਂ ਖੁਸ਼ਬੂ ਵਾਲੀਆਂ ਪਈਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਉਸੇ ਤਰ੍ਹਾਂ ਭਿੱਜੇ ਪਏ ਆ, ਕੇਸਰ ਦੇ ਨਾਲ, ਚੰਦਨ ਦੇ ਨਾਲ, ਜੋ ਦੇਵੀ ਦੇਵਤਿਆਂ ਨੂੰ ਛਿੜਕੇ ਹੈ ਚਰਨਾਂ ਤੇ। ਮਾਤਾ ਬਹਿ ਗਏ ਹੈਰਾਨ, ਅਚਰਜ ਵੀ ਮੇਰੇ ਤੋਂ ਸਿਵਾ, ਪੁੱਤ ਤੋਂ ਸਿਵਾ ਇਸ ਕਮਰੇ ਵਿੱਚ ਹੈ ਕੋਈ ਨਹੀਂ। ਪਰ ਜਦ ਅੱਖ ਲੱਗੀ ਸੀ, ਜੋ ਦਿਸਦੇ ਸੀ ਉਹ ਦਿਸ ਨਹੀਂ ਰਹੇ, ਪਰ ਜੋ ਕੁਝ ਰੱਖ ਕੇ ਗਏ ਨੇ ਸਭ ਕੁਝ ਪਿਆ। ਆਖੋ ਸਤਿਨਾਮ। ਜੋ ਭੇਟਾਵਾਂ ਰੱਖੀਆਂ ਨੇ, ਫੁੱਲ ਰੱਖੇ ਆ ਉਹਨਾਂ ਨੇ, ਨਮਸਕਾਰ ਕੀਤੀ ਹੈ, ਸਭ ਕੁਝ ਨਜ਼ਰ ਆਉਂਦਾ ਏ। ਭਇਓ ਹਿਰਦੇ ਮੇ ਸੁਭਰਮਾ ਜਾਗੇ, ਸੁਤ ਅਵੈਵ ਸਭ ਦੇਖਣ ਲੱਗੇ। ਕਹਿੰਦੇ ਮਾਤਾ ਜੀ ਉੱਠੇ ਇੱਕਦਮ, ਇੱਕ ਭਰਮ ਜਾ ਪੈ ਗਿਆ ਵੀ ਆਹ ਸਾਰਾ ਕੁਝ ਬਾਹਰ ਦਿਸਦਾ ਇਹ ਸੱਚਾ ਹੈ, ਜਾਂ ਜੋ ਸੁਪਨੇ ਚ ਆਇਆ ਉਹ ਸੱਚਾ ਹੈ। ਇਹ ਆਪਣੇ ਨਾਲ ਵੀ ਹੁੰਦਾ ਕੀ ਆ, ਚੰਚੇਤ ਆਪਾਂ ਸੁਪਨੇ ਚ ਉੱਠੀਏ ਨਾ, ਬੰਦਾ 1-1.5 ਮਿੰਟ ਸੁੰਨ ਜਾ ਹੋਇਆ ਬੈਠਾ ਰਹਿੰਦਾ ਹੈ, ਪਰੇਸ਼ਾਨ ਵੀ ਹੁੰਦਾ ਹੈ, ਤੇ ਨਾਲ ਦੇ ਉੱਠ ਕੇ ਕਹਿੰਦੇ ਤੈਨੂੰ ਕੀ ਹੋਇਆ, ਤੂੰ ਕਿਉਂ ਬੈਠਾ, ਕੀ ਹੋ ਗਿਆ ਤੈਨੂੰ? ਕਹਿੰਦਾ ਮੈਂ ਬਹੁਤ ਮਾੜਾ ਸੁਪਨਾ ਵੇਖਿਆ। ਮਤਲਬ ਉਸ ਸੁਪਨੇ ਦਾ ਜੋ ਕਾਲਪਨਿਕ ਸੀ, ਜੋ ਝੂਠਾ ਸੀ, ਇਫੈਕਟ ਬੋਡੀ ਤੇ ਸਾਫ਼ ਦਿਸ ਰਿਹਾ ਹੈ, ਚਿਹਰੇ ਤੇ ਦਿਸਦਾ ਹੈ। ਮਾਤਾ ਤ੍ਰਿਪਤਾ ਜੀ ਉੱਠ ਕੇ ਆਪਣੇ ਪੁੱਤਰ ਕੋਲ ਆਏ, ਕਹਿੰਦੇ ਚਰਨਾਂ ਨੂੰ ਹੱਥ ਲਾ ਕੇ ਮਾਂ ਨੇ ਵੇਖਿਆ, ਕਹਿੰਦੇ ਉਹ ਭਰੇ ਪਏ ਕਿਸ ਤਰ੍ਹਾਂ, ਗਿੱਲੇ ਪਏ ਆ। ਬਿਸਤਰਾ ਗੁਰੂ ਸਾਹਿਬ ਦਾ ਗੱਜ ਹੋਇਆ ਪਿਆ ਖੁਸ਼ਬੂ ਦੇ ਨਾਲ, ਫੁੱਲਾਂ ਦੇ ਨਾਲ, ਕਿਉਂਕਿ ਅਤਰ ਫੁਲੇਲ ਦੇ ਛਿੜਕਾਵ ਕੀਤੇ ਆ। ਕਹਿੰਦੇ ਮਾਤਾ ਥੋੜਾ ਨੇੜੇ ਹੋ ਕੇ ਵੇਖਿਆ, ਮੱਥੇ ਤੇ ਸਤਿਗੁਰਾਂ ਦੇ ਏਦਾਂ ਲੱਗਦਾ ਜਿਵੇਂ ਪਸੀਨਾ ਆਇਆ ਹੁੰਦਾ ਹੈ। ਕੇਸਾਂ ਦੇ ਵਿੱਚ ਵੀ ਖੁਸ਼ਬੂ ਦੀਆਂ ਇਤਰ ਦੀਆਂ ਬੂੰਦਾਂ ਹਨ। ਚੰਦਨ ਸੋ ਚਰਚਤ ਹੈ ਸਾਰੀ, ਬਹੁ ਸੁਗੰਧ ਜੋ ਸਜੇ ਨਿਹਾਰੀ। ਕਹਿੰਦੇ ਸਤਿਗੁਰਾਂ ਦੇ ਚਰਨਾਂ ਦੇ ਹੇਠਾਂ ਚੰਦਨ ਹੀ ਚੰਦਨ ਗੱਚ-ਗੱਚ ਕੀਤਾ ਹੋਇਆ। ਤੇ ਮਾਤਾ ਜੀ ਨੇ ਜਦੋਂ ਚਰਨਾਂ ਨੂੰ ਹੱਥ ਲਾਇਆ, ਗੁਰੂ ਸਾਹਿਬ ਨੇ ਚਰਨ ਹਿਲਾਏ, ਉਹ ਤੇ ਆਰਾਮ ਕਰ ਰਹੇ ਆ। ਕਹਿੰਦੇ ਹੋਰ ਖੁਸ਼ਬੂ ਉੱਠ ਪਈ। ਸੰਦਲ ਦੀ ਇੱਕ ਕੁਆਲਿਟੀ ਹੈ, ਚੰਦਨ 176 ਕਿਸਮਾਂ ਦਾ ਹੈ, ਜੋ ਕੇਵਲ ਇੰਡੀਆ ਦੀ ਧਰਤੀ ਤੇ ਪਾਇਆ ਜਾਂਦਾ, 176 ਕਿਸਮਾਂ। ਜੇ ਵੈਸੇ ਗੱਲ ਕਰੀਏ ਤੇ ਚੰਦਨ ਦੀਆਂ 17,000 ਕਿਸਮਾਂ ਨੇ, ਜੋ ਪ੍ਰਲੁਪਤ ਹੋ ਚੁੱਕੀਆਂ ਨੇ। ਆਹ ਲੱਕੜਾਂ ਦੀਆਂ ਜਿਹੜੀਆਂ ਅਸੀਂ ਸਾਬਣਾਂ 'ਚ ਪਾਈ ਫਿਰਦੇ ਹਾਂ, ਚੰਦਨ ਥੋੜੀ ਹੈ, ਇਹ ਤੇ ਆਰਟੀਫਿਸ਼ਲ ਹੈ, ਡੁਪਲੀਕੇਸੀ ਹੈ। ਅਸਲ ਚੰਦਨ ਮੈਸੂਰ ਦੇ ਜੰਗਲਾਂ ਵਿੱਚ ਪਾਇਆ ਜਾਂਦਾ ਹੈ, ਜੋ ਬਹੁਤ ਘੱਟ ਮਿਲਦਾ ਹੈ, ਉਹ ਵੀ ਅੱਜ ਕੱਲ੍ਹ ਹਾਈਬ੍ਰਿਡ ਹੈ। ਹੁਣ ਚੰਦਨ ਕਿਹੜਾ ਹੈ? ਆਹ ਚੰਦਨ ਇਹਨਾਂ ਜਿਹੜੇ, ਇਹਨਾਂ ਦੀ ਮਹਿਕ ਤੁਸੀਂ ਅੱਕ ਜਾਓਗੇ। ਸੰਦਲ ਵਾਲਾ ਪਰਫਿਊਮ ਲਾ ਲਓ, ਮਹਿੰਗੇ ਤੋਂ ਮਹਿੰਗਾ 25-30 ਹਜ਼ਾਰ ਦਾ ਮਿਲ ਜਾਣਾ ਹੈ, ਵਧੀਆ ਤੋਂ ਵਧੀਆ, ਪਰ ਉਹਦਾ ਵੀ ਅਸਰ ਥੋੜੀ ਦੇਰ ਰਹੇਗਾ। ਪਰ ਅਸਲ ਚੰਦਨ ਆ ਨਾ ਜਿਹੜਾ, ਜਿਵੇਂ ਬਾਬਲ ਚੰਦਨ ਹੋ ਗਿਆ, ਉਹਦੀ ਖੁਸ਼ਬੂ ਇੱਕ ਵਾਰ ਲੱਗਾ ਜਿਸਮ ਨਾਲ ਹੋਵੇ, ਕਈ ਦਿਨ ਨਹੀਂ ਜਾਂਦੀ ਜਿਸਮ 'ਚ, ਮਹਿਕਦਾ ਹੈ। ਮਾਤਾ ਜੀ ਨੇ ਜਿਸ ਵੇਲੇ ਚਰਨਾਂ ਨੂੰ ਸਪਰਸ਼ ਕੀਤਾ ਨਾ ਆਪਣੇ ਪੁੱਤਰ ਦੇ, ਕਹਿੰਦੇ ਮਹਿਕ ਹੋਰ ਵੱਧ ਗਈ। ਮਾਂ ਭਰਮ 'ਚ ਹੋ ਗਈ। ਬਾਣੀ ਪੜ੍ਹਦੇ ਹੋ ਨਾ ਆਪਣੀ, ਭਗਤ ਰਵਿਦਾਸ ਜੀ ਇੱਕ ਬਚਨ ਲਿਖਦੇ ਨੇ, ਅਛਤ ਰਾਜ ਵਿਚਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਕਹਿੰਦੇ ਰਾਜ ਹੁੰਦਿਆਂ ਵਿਛੜ ਕੇ ਭੀਖ ਮੰਗੀ ਦਾ ਭਾਵ ਕੀ ਆ? ਰਾਜਾ ਜਨਕ ਬਾਦਸ਼ਾਹ ਸੀ, ਰਾਜਾ ਸੀ, ਪਰ ਸੁਪਨੇ 'ਚ ਭਿਖਾਰੀ ਬਣ ਕੇ ਮੰਗਦਾ ਹੈ, ਤੇ ਅਸਟਾ ਬੱਕਰ ਨੂੰ ਬੁਲਾ ਕੇ ਪੁੱਛਦਾ, ਕਹਿੰਦਾ ਕੋਈ ਮੇਰੇ ਸੁਪਨੇ ਬਾਰੇ ਦੱਸੋ ਵੀ ਉਹ ਸੱਚਾ ਗੱਲ ਸੱਚਾ। ਤੇ ਬਾਣੀ ਨੇ ਲਿਖਿਆ, ਉਹ ਕਹਿੰਦਾ ਸੱਚਾ ਉਹ ਵੀ ਆ ਤੇ ਸੱਚਾ ਆ ਵੀ ਹੈ, ਝੂਠਾ ਉਹ ਵੀ ਤੇ ਝੂਠਾ ਆ ਵੀ।
ਹੁਣ ਮਾਤਾ ਦੀ ਇਸ ਭਰਮ ਚ ਨਹੀਂ, ਇੱਕ ਹੁੰਦਾ ਭਰਮ, ਇੱਕ ਹੁੰਦਾ ਸਭਰਮ। ਸੱਸਾ ਲੱਗ ਜਾਂਦਾ। ਇਹ ਨੈਗੇਟਿਵ ਭਰਮ ਨਹੀਂ ਹੈ, ਖਿਆਲ ਹੈ ਉਹ ਸੱਚਾ ਸੀ ਜਾਂ ਇਹ ਸੱਚਾ ਸੀ, ਜਿਹਦੇ ਵਿੱਚ ਬੰਦਾ ਡਿਸਾਈਡ ਨਹੀਂ ਕਰ ਪਾਉਂਦਾ। ਮਾਤਾ ਜੀ ਉੱਠ ਕੇ ਬੈਠੇ ਆਪਣੇ ਪੁੱਤਰ ਦੇ ਕੋਲ ਆ ਕੇ ਪਲ ਕੇ ਤੇ ਸੋਚਦੇ ਆ ਵੀ ਜੇ ਤੇ ਸੁਪਨਾ ਸੱਚਾ ਸੀ ਫਿਰ ਦੇਵਤੇ ਕਿੱਥੇ ਗਏ। ਪੁੱਤਰ ਸੁੱਤਾ ਪਿਆ, ਉਦੋਂ ਬੈਠਾ ਸੀ ਜਾ ਕੇ ਬਚਨ ਕਰਦਾ ਸੀ। ਜੇ ਉਹ ਝੂਠਾ ਏ ਮੰਨ ਲਓ, ਫੇਕ ਆ, ਸੁਪਨਾ ਆ, ਕਾਲਪਨਿਕ ਲੋਕਾਂ ਵਾਂਗੂ, ਨਾਲੇ ਅੰਮ੍ਰਿਤ ਵੇਲੇ ਦੇ ਸੁਪਨੇ ਤੇ ਵੈਸੇ ਵੀ ਕਈ ਵਾਰ ਪੂਰੇ ਹੋ ਜਾਂਦੇ ਆ, ਸੱਚ ਹੀ ਹੁੰਦੇ ਆ, ਕਿਉਂਕਿ ਬੰਦਾ ਉਸ ਵੇਲੇ ਰੱਬ ਦੇ ਬਹੁਤ ਕਰੀਬ ਉਸ ਮਾਹੌਲ ਵਿੱਚ ਹੁੰਦਾ ਹੈ। ਭਗਤੀ ਵਾਲਿਆਂ ਦਾ ਜੇਕਰ ਸਾਡੇ ਵਰਗੇ ਨਹੀਂ। ਮਾਤਾ ਤ੍ਰਿਪਤਾ ਜੀ ਸੋਚਦੇ ਵੀ ਜੇ ਸੁਪਨਾ ਕਾਲਪਨਿਕ ਸੀ ਤੇ ਫਿਰ ਆ ਚੰਦਨ ਕੇਸਰ ਕਿੱਥੋਂ ਆਇਆ। ਸਾਰਾ ਕਮਰਾ ਭਰਿਆ, ਬੇੜੇ ਤੱਕ ਮਹਿਕਾਂ ਖਿਲਰੀਆਂ ਹੋਈਆਂ ਹਨ। ਸਭਰਮਾ ਮਨ ਨਹਿ ਥਿਰਤਾ ਹੋਈ, ਕਿਦੋਂ ਸੱਚ ਕੇ ਸੁਪਨਾ ਸੋਈ। ਮਾਤਾ ਤ੍ਰਿਪਤਾ ਜੀ ਬੈਠ ਕੇ ਚੌਂਕੜਾ ਲਾ ਕੇ ਆਪਣੇ ਪਲੰਗੇ ਤੇ ਪੁੱਤਰ ਨੂੰ ਨਹੀਂ ਜਗਾਇਆ। ਸਵੇਰੇ 5 ਵਜੇ ਦਾ ਸਮਾਂ ਸੋਚੀ ਜਾਂਦੇ, ਆ ਸੱਚਾ ਜੋ ਸੱਚਾ, ਆ ਸੱਚਾ ਜੋ ਸੱਚਾ। ਦੁਬਦਾ ਬੜੀ ਵਾਰ ਦੁਬਦਾ ਦੁੱਖ ਦਿੰਦੀ ਹਮੇਸ਼ਾ। ਹੁਣ ਜਦੋਂ ਡਿਸਾਈਡ ਹੀ ਨਹੀਂ ਕਰ ਪਾ ਰਹੇ ਸੱਚ ਕੀ ਹੈ, ਕਿਉਂਕਿ ਇਹਨਾਂ ਨਾਲ ਬੀਤਿਆ, ਕਿਸੇ ਹੋਰ ਨੂੰ ਪਤਾ ਨਹੀਂ ਹੈ। ਜੇ ਕਿਸੇ ਹੋਰ ਕੋਲ ਜਾ ਕੇ ਗੱਲ ਵੀ ਕਰਨਗੇ ਤੇ ਕੀ ਜਵਾਬ ਮਿਲੇਗਾ। ਹੁਣ ਮੰਨ ਲਓ ਜੋ ਤੁਸੀਂ ਵੇਖਿਆ ਮੈਂ ਨਹੀਂ ਵੇਖਿਆ ਹੋਇਆ, ਤੇ ਤੁਸੀਂ ਆ ਕੇ ਮੈਨੂੰ ਪੁੱਛੋ ਵੀ ਕਲੈਰੀਫਿਕੇਸ਼ਨ ਦਿਓ ਇਸ ਚੀਜ਼ ਦੀ ਵੀ ਭਾਈ ਸਾਹਿਬ ਇੱਦਾਂ ਹੋ ਸਕਦਾ, ਜਦ ਮੇਰੇ ਨਾਲ ਬੀਤੇ ਹੀ ਨਹੀਂ ਮੈਂ ਕੀ ਦੱਸ ਸਕਦਾ। ਜਿਸ ਬੰਦੇ ਨੇ ਆਪ ਵੇਖਿਆ, ਸਭ ਕੁਝ ਨਜ਼ਰ ਆਇਆ, ਉਹ ਕਿਤੇ ਨਾ ਕਿਤੇ ਕੋਈ ਜਵਾਬ ਦੇ ਸਕਦਾ। ਇਸ ਕਰਕੇ ਭਰਮ ਵੱਡਾ ਹੋ ਗਿਆ, ਕਿਉਂਕਿ ਮਾਤਾ ਤ੍ਰਿਪਤਾ ਜੀ ਨੇ ਸੁਪਨਾ ਵੇਖਿਆ, ਪਿਤਾ ਕਲਿਆਣ ਚੰਦ ਨੇ ਨਹੀਂ ਵੇਖਿਆ, ਪਰਿਵਾਰ ਨੇ ਨਹੀਂ ਦੇਖਿਆ। ਇਸ ਕਰਕੇ ਮਾਤਾ ਜੀ ਸੋਚਦੇ ਆ, ਪੁੱਛਾਂ ਕਿਹਦੇ ਕੋਲ ਗੱਲ ਕਰਾਂ ਜਾ ਕੇ। ਜੇ ਕਿਸੇ ਸਖੀ ਕੋਲ ਗੱਲ ਕੀਤੀ, ਕਿਸੇ ਦਾਸੀ ਕੋਲ ਕੀਤੀ, ਉਹ ਹੱਸਣਗੇ ਵੀ ਮਾਤਾ ਹੁਣ ਤੁਸੀਂ ਸੁਪਨੇ ਵੀ ਲੈਣ ਲੱਗੇ ਪੁੱਤ ਤੇ। ਦੁਨੀਆ ਦੀ ਤੁਸੀਂ ਕਿਸੇ ਦਾ ਦੁੱਖ ਸੁੱਖ ਦੀ ਗੱਲ ਕਰਕੇ ਤੇ ਵੇਖੋ, ਮੁੜ ਕੇ ਸਫਾਈਆਂ ਦੇਣੀਆਂ ਪੈਂਦੀਆਂ, ਮੈਂ ਇਦਾਂ ਨਹੀਂ ਸੀ ਕਿਹਾ, ਮੈਂ ਇਦਾਂ ਕਿਹਾ ਸੀ। ਜ਼ਮਾਨਾ ਹੈ ਇਹ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਨੇਤਰ ਖੋਲ ਲਏ, ਵੇਖਿਆ ਵੀ ਮਾਂ ਮੇਰੀ ਚਿੰਤਾ 'ਚ ਬੈਠੀ ਹੈ। ਜਾਣਦੇ ਸਾਰਾ ਕੁਝ ਨੇ, ਛੋਟਾ ਜਿਹਾ ਸਰੀਰ ਹੈ। ਨੇਤਰ ਭਰ ਕੇ ਗੁਰੂ ਸਾਹਿਬ ਮਾਤਾ ਵੱਲ ਵੇਖ ਕੇ ਹੱਸਦੇ ਹਨ। ਜਿਦੇ ਵਿਚਾਰਤ ਆਰਤ ਮਾਤਾ, ਨਿਰਣੈ ਹੋਈ ਨਾ ਏਕੈ ਬਤ। ਤੇ ਗੁਰੂ ਸਾਹਿਬ ਆਪ ਸੋਚਦੇ ਵੀ ਮਾਂ ਮੇਰੀ ਚਿੰਤਾ ਵਿੱਚ ਹੋ ਗਈ ਹੈ, ਮਾਂ ਹੋ ਗਈ ਦੁਖੀ, ਕਿਉਂਕਿ ਮਾਤਾ ਦੀ ਨਿਰਣਾ ਨਹੀਂ ਕਰ ਪਾ ਰਹੇ ਵੀ ਸੱਚਾ ਕੀ ਹੈ, ਸੱਚ ਕੀ ਹੈ। ਸੁੱਤੇ ਆਪਾਂ ਆਪਣੇ ਕਮਰੇ 'ਚ ਹੋਈਏ, ਆਵੇ ਸਾਨੂੰ ਸੁਪਨਾ, ਲਾਈਟਾਂ ਬੰਦ ਨੇ, ਪੱਖੇ ਬੰਦ ਨੇ, ਸੁਪਨੇ 'ਚ ਜਗਾ ਲਈ ਲਾਈਟ, ਸੌਖਾ, ਸੁਪਨੇ 'ਚ ਚਲਾ ਲਿਆ ਏਸੀ, ਉੱਠ ਕੇ ਵੇਖੇ ਰਹੀ ਰਜਾਈ ਹੋਈ, ਏਸੀ ਵੀ ਚੱਲਦਾ ਹੈ, ਪੱਖੇ ਵੀ ਚੱਲਦੇ ਆ, ਲਾਈਟ ਵੀ ਜਗਦੀ ਹੈ, ਤੇ ਕੋਲੇ ਪਿਆ ਫੋਨ, ਉਹ ਤੇ ਵੀ ਕਈ ਕਾਲਾਂ ਆਈਆਂ ਹੋਈਆਂ, ਪਰ ਉਹ ਸੁਣਿਆ ਨਹੀਂ। ਤੇ ਬੰਦਾ ਬੜਾ ਹੈਰਾਨ ਹੁੰਦਾ ਵੀ ਏਦਾਂ ਕਿਉਂ ਹੋ ਗਿਆ, ਕਿਹਨੇ ਚਲਾਤਾ, ਕੋਈ ਭੂਤ ਪ੍ਰੇਤ ਨਹੀਂ। ਕਈ ਵਾਰ ਬਹੁਤ ਕੁਝ ਐਸੀਆਂ ਘਟਨਾਵਾਂ ਸਾਡੇ ਨਾਲ ਘਟਦੀਆਂ ਨੇ, ਅੱਜ ਮਨੋਵਿਗਿਆਨ ਇਸ ਚੀਜ਼ ਤੇ ਰਿਸਰਚ ਕਰ ਰਿਹਾ ਹੈ, ਉਹ ਇੱਥੋਂ ਤੱਕ ਪਹੁੰਚ ਗਏ ਆ। ਬੜੀ ਵਾਰ ਜੋ ਸਾਡਾ ਇੱਕ ਰੂਪ ਹੁੰਦਾ ਜਿਹਨੂੰ ਹਮਜ਼ਾਤ ਬੋਲਿਆ ਜਾਂਦਾ ਹੈ, ਮਰਿਆ ਤੋਂ ਬਾਅਦ ਵੀ ਕਈ ਵਾਰ ਨਜ਼ਰ ਆਉਂਦਾ ਹੈ। ਸਰੀਰ ਸਾਡਾ ਪਿਆ ਹੁੰਦਾ ਸੀ, ਉਹਦੇ ਸਮੇਤ ਹੀ ਘੁੰਮਦੇ ਫਿਰਦੇ ਹੁੰਦੇ, ਸਾਰੇ ਘੁੰਮਦੇ ਆ, ਪਰ ਜਿੱਦਣ ਭਗਤੀ ਬੰਦਗੀ ਹੋ ਗਈ ਉਦੋਂ ਆਨੰਦ ਵੱਖਰਾ ਹੋ ਜਾਣਾ। ਫਿਰ ਦੁਨੀਆ ਦੀ ਸੈਰ ਵੀ ਕਰ ਸਕਦੇ ਹੋ, ਆਜ਼ਾਦ ਵੀ ਹੋ ਜਾਓਗੇ। ਜਿਹਨੂੰ ਰੱਬ ਦੇ ਪਿਆਰੇ ਇੱਥੇ ਬੈਠਿਆਂ ਉੱਥੇ ਜਾਏ ਹੋਗੇ, ਦਰਗਾਹ 'ਚ ਵੀ ਗੇੜਾ ਲਾਏ ਹੁੰਦੇ, ਉਹਨੂੰ ਅਰਬੀ ਵਾਲੇ ਹਮਜ਼ਾਤ ਕਹਿੰਦੇ ਤੇ ਉਰਦੂ ਵਾਲੇ, ਜੋ ਮਨੁੱਖ ਦਾ ਇੱਕ ਛਾਇਆ, ਮਨੁੱਖ ਦਾ ਇੱਕ ਰੂਪ ਹੈ। ਸੁਪਨੇ ਕੌਣ ਲੈਂਦਾ ਹੈ? ਮਨ ਸੁਪਨਿਆਂ ਦੇ ਵਿੱਚ ਆਪ ਉਲਝਿਆ ਹੁੰਦਾ ਹੈ, ਜਦੋਂ ਉਹ ਜਾਗਦਾ ਵੀ ਹੁੰਦਾ ਹੈ ਨਾ ਉਹ ਸੁੱਤਾ ਹੁੰਦਾ ਹੈ। ਵਿੱਚ ਵਿਚਾਲੇ ਦੀ ਜਿਹੜੀ ਅਵਸਥਾ ਉਹਨੂੰ ਸੁਪਨ ਅਵਸਥਾ ਕਹਿੰਦੇ ਆ। ਸੁੱਤਾ ਪਿਆ ਬੰਦਾ ਕਦੇ ਸੁਪਨੇ ਨਹੀਂ ਲੈ ਸਕਦਾ, ਹਮੇਸ਼ਾ ਨੋਟ ਕਰੇ। ਸੁਪਨੇ ਲੈਣ ਵਾਲਾ ਕਦੇ ਸਾਰੀ ਰਾਤ ਫਰੈਸ਼ ਨਹੀਂ ਹੋਇਆ ਹੁੰਦਾ। ਉਹ ਜਦੋਂ ਉੱਠਦਾ ਨਾ, ਕਿਤੇ ਡਿਊਟੀ ਵੀ ਜਾਂਦਾ, ਨੀਂਦ ਆਈ ਜਾਂਦੀ, ਉਹ ਬੜਾ ਖੱਜਲ ਹੁੰਦਾ, ਕਹਿੰਦਾ 8 ਘੰਟੇ ਵੀ ਸੁੱਤਾ ਤੇ ਗੱਲ ਜੀ ਨਹੀਂ ਬਣੀ। ਤੇ ਜਦ ਬੰਦਾ ਸੌਂਦਾ ਹੈ, 15 ਮਿੰਟ ਸੌਂ ਜੇ, ਸਰੀਰ ਉੱਠਣ ਤੋਂ ਬਾਅਦ ਸੁੰਨ ਜਾ ਹੁੰਦਾ, ਹੱਥ ਮਾਰ ਕੇ ਵੇਖੋ, ਏਦਾਂ ਲੱਗਦਾ ਹੈ ਵੀ ਬਾਹਾਂ ਸੁੰਨ ਨੇ, ਪੈਰ ਸੁੰਨ ਨੇ। ਉਹ ਕੀ ਹੈ? ਸੁਖੋਪਤ ਦੀ ਅਵਸਥਾ ਹੈ। ਮੌਤ ਤੋਂ ਬਾਹਰ ਜਦੋਂ ਆਉਣੇ ਆ ਨਾ, ਉਦੋਂ ਹੁੰਦਾ ਹੈ।
ਮਰਨ ਤੋਂ ਬਾਅਦ ਵੀ ਸਰੀਰ ਇਦਾਂ ਹੀ ਸੁੰਨ ਹੁੰਦਾ ਹੁੰਦਾ ਹੋ ਜਾਂਦਾ ਹੈ। ਇਸੇ ਕਰਕੇ ਮਨੁੱਖ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਮੇਰਾ ਸਰੀਰ ਕਿੱਥੇ, ਮੇਰੀ ਜਾਨ ਕਿੱਥੇ ਗਈ, ਸੁੰਨ ਹੋ ਜਾਂਦਾ ਹੈ। ਕਿਉਂਕਿ ਜਦ ਆਪਾਂ ਸੌਂਦੇ ਹਾਂ ਸਾਡੀ ਬਾਡੀ ਦੇ ਵਿੱਚ ਕੁਦਰਤ ਵੱਲੋਂ ਹੈ ਇੱਕ ਕੈਮੀਕਲ ਦਾ ਰਿਸਾਵ ਹੁੰਦਾ ਜਿਸ ਕੈਮੀਕਲ ਕਰਕੇ ਨੀਂਦ ਆ ਜਾਂਦੀ ਹੈ। ਤੇ ਜਿਨ੍ਹਾਂ ਦਾ ਕੈਮੀਕਲ ਘਟ ਜਾਂਦਾ ਨਾ, ਮੈਡੀਕਲ ਸਾਇੰਸ ਪੜ੍ਹੋ ਕਦੇ, ਤੇ ਫਿਰ ਪਤਾ ਕੀ ਹੈ, ਐਲਪ੍ਰੈਕਸ ਲੈਣੀ ਪੈਂਦੀ ਹੈ, ਨੀਂਦ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਨੇ। ਭਾਵੇਂ ਕਰੋੜਾਂ ਦੇ ਤੁਹਾਡੇ ਪਲੰਗੇ ਹੋਣ, 7 ਕਰੋੜ ਦਾ ਪਲੰਗ ਬੈੱਡ ਲਾ ਲਓ, ਜੇ ਉਹ ਕੈਮੀਕਲ ਰਿਲੀਜ਼ ਨਹੀਂ ਹੋ ਰਿਹਾ ਤੇ ਨੀਂਦ ਨਹੀਂ ਆਉਣੀ, ਡੁਪਲੀਕੇਟ ਨੀਂਦ ਹੋਏਗੀ। ਇਹ ਕੈਮੀਕਲ ਬਣਾਇਆ ਕਿਹਨੇ? ਪਰਮੇਸ਼ਰ ਨੇ। ਮੈਂ ਕਹਿੰਦਾ ਸਾਡੀ ਬਾਡੀ ਦਾ ਸਟਰਕਚਰ ਛੱਡੋ, ਸਾਡੇ ਅੰਤਰੀਵ ਭਾਗ ਦਾ ਸਟਰਕਚਰ ਉਸ ਪਰਮਾਤਮਾ ਨੇ ਇੰਨਾ ਵੱਡਾ, ਇੰਨਾ ਗਹਿਰ ਗੰਭੀਰ ਬਣਾਇਆ ਹੈ, ਸਮਝਿਆ ਨਹੀਂ ਜਾ ਸਕਦਾ। ਧਰਮ ਦੀ ਸਾਇੰਸ ਸਮਝ ਸਕਦੀ। ਮਾਤਾ ਜੀ ਵੱਲ ਵੇਖ ਕੇ ਗੁਰੂ ਸਾਹਿਬ ਸੋਚਦੇ ਵੀ ਨਿਰਣਾ ਹੀ ਕੀਤਾ ਜਾ ਰਿਹਾ ਇਹਨਾਂ ਦਾ, ਕਿਉਂ ਨਾ ਮੈਂ ਆਪਣੀ ਮਾਂ ਨੂੰ ਇਸ ਭਰਮ ਚੋਂ ਕੱਢ ਦਿਆਂ, ਇਸ ਦੁੱਖ ਚੋਂ ਕੱਢ ਦਿਆਂ। ਮਾਤਾ ਸਾਰਾ ਦਿਨ ਸੋਚੀ ਜਾਊਗੀ, ਨਾਲੇ ਮਾਵਾਂ ਤੇ ਜ਼ਿਆਦਾ ਸੋਚਦੀਆਂ ਹੁੰਦੀਆਂ, ਗੱਲ ਛੋਟੀ ਜਿਹੀ ਹੁੰਦੀ ਸਾਰਾ ਦਿਨ ਸੋਚੀ ਜਾਂਦੀਆਂ ਹੁੰਦੀਆਂ। ਗੁਰੂ ਸਾਹਿਬ ਨੇ ਅੱਖਾਂ ਭਰੀਆਂ, ਹੱਸੇ, ਮਾਂ ਵੱਲ ਤੱਕਿਆ ਏ, ਸੁਤ ਕੀ ਮਹਿਮਾ ਮਨ ਮਹਿਮਾਨੀ, ਇਹ ਅਵਤਾਰ ਸਤ ਚਿਤ ਜਾਨੀ। ਗੁਰੂ ਸਾਹਿਬ ਨੇ ਉਸ ਵੇਲੇ ਮਾਂ ਵੱਲ ਵੇਖਿਆ, ਜਦੋਂ ਮਾਂ ਇਹ ਸੋਚਦੇ ਸੀ ਨਾ ਮੇਰਾ ਪੁੱਤ ਅਵਤਾਰ ਹੈ, ਸਤ ਚਿਤ ਆਨੰਦ ਸਰੂਪ ਪਰਮਾਤਮਾ ਹੈ, ਮੈਨੂੰ ਤੇ ਅੱਜ ਪਤਾ ਲੱਗਿਆ ਵੀ ਤੇ ਰੱਬ ਮੇਰੇ ਘਰ ਆਇਆ। ਜਦੋਂ ਮਾਤਾ ਦੇ ਮਨ 'ਚ ਖਿਆਲ ਆਇਆ, ਗੁਰੂ ਸਾਹਿਬ ਨੇ ਆਪਣਾ ਖਿਆਲ ਛੱਡਤਾ। ਖਿਆਲ ਸੱਚੀ ਅੱਜ ਵੀ ਹੁੰਦਾ ਹੈ, ਜਿਹਨੂੰ ਸਮੋਹਨ ਕਿਹਾ ਜਾਂਦਾ ਨਾ। ਤੁਸੀਂ ਬੈਠੇ ਹੋ, ਤੁਹਾਡੇ ਕੋਲ ਕੋਈ ਬੰਦਾ ਬੈਠਾ, ਹਿਪਨੋਟਾਈਜ਼ ਕਰਦੇ ਹੋ, ਤੁਸੀਂ ਆਪਣੇ ਮੂੰਹ ਦੀਆਂ ਗੱਲਾਂ ਉਹਦੇ ਤੋਂ ਕਹਾ ਸਕਦੇ ਹੋ ਜੋ ਨਹੀਂ ਜਾਣਦਾ, ਆਪਣੇ ਬਾਰੇ ਉਹ ਤੋਂ ਪੁੱਛ ਸਕਦੇ ਹੋ, ਉਹਦੇ ਕੋਲ ਕੌਣ ਕੌਣ ਆਇਆ, ਉਹਨੂੰ ਲੂਣ ਖਵਾ ਕੇ ਨਾ, ਖਾਰਾ ਲੂਣ ਹਿਪਨੋਟਾਈਜ਼ ਬੰਦੇ ਨੂੰ ਕਰਦੇ ਹੋ। ਸੁਭਾਵਿਕ ਜੀ ਗੱਲ ਹੈ ਇਹ, ਲੂਣ ਖਵਾ ਕੇ ਪੁੱਛੋ ਮਿੱਠਾ ਖਾਣਾ, ਉਹਨੇ ਕਹਿਣਾ ਹਾਂ ਸ਼ਹਿਦ ਵਰਗਾ ਸਵਾਦ ਹੈ। ਕਿਉਂਕਿ ਬੰਦੇ ਦੀਆਂ ਪੰਜ ਸੈਂਸਸ ਉਸ ਵੇਲੇ ਕੰਮ ਨਹੀਂ ਕਰਦੀਆਂ। ਬੰਦਗੀ ਵਾਲੇ, ਨਾਮ ਜਪਣ ਵਾਲੇ ਹਮੇਸ਼ਾ ਇਹਨਾਂ ਚੀਜ਼ਾਂ ਤੋਂ ਉੱਪਰ ਹੋ ਕੇ ਰਹਿੰਦੇ ਨੇ। ਇਸੇ ਕਰਕੇ ਉਹਨਾਂ ਨੂੰ ਤੱਤੀਆਂ ਤਵੀਆਂ ਨਹੀਂ ਤਪਾਉਂਦੀਆਂ, ਦੁਨੀਆ ਦੀਆਂ ਖੁਸ਼ੀਆਂ ਖੁਸ਼ ਨਹੀਂ ਕਰਦੀਆਂ। ਮਿੱਠਾ ਕੌੜਾ ਰੁੱਖਾ ਮਿੱਸਾ ਉਹਨਾਂ ਲਈ ਆਨੰਦ ਹੀ ਆਨੰਦ ਹੁੰਦਾ। ਤੇ ਅਸੀਂ ਕੱਜ ਖੱਜਲਦਾ, ਸਾਡਾ ਤੇ ਦਾਲ 'ਚ ਲੂਣ ਘੱਟ ਹੋਵੇ ਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ। ਕੋਈ ਲਾਇਆ ਉਹਨੇ ਤੇ ਦਾਲ ਦੀ ਸਵਾਦ ਬਣਾਈ, ਅੱਜ ਮੈਨੂੰ ਘਿਓ ਨਹੀਂ ਪਾਇਆ, ਅਸੀਂ ਤੇ ਇੱਥੇ ਲੜੀ ਜਾਂਦੇ ਹਾਂ। ਕਿਉਂਕਿ ਅਸੀਂ ਸਵਾਦਾਂ ਵਿੱਚ ਖੱਜਲ ਹਾਂ, ਰਸ ਕਸ ਵਿੱਚ ਅਸੀਂ ਫਸੇ ਹੋਏ ਆ। ਗੁਰੂ ਸਾਹਿਬ ਨੇ ਵੇਖਿਆ ਵੀ ਮਾਤਾ ਜੀ ਸਾਡੇ ਬਾਰੇ ਬਹੁਤ ਗਹਿਰਾ ਸੋਚਦੇ ਆ। ਜੇ ਮਾਂ ਨੇ ਮੈਨੂੰ ਰੱਬ ਮੰਨ ਲਿਆ ਤੇ ਫਿਰ ਮਾਂ ਪੈਰੀ ਹੱਥ ਲਾਉਣ ਲੱਗ ਜੂ। ਇਹ ਬਹੁਤ ਵੱਡਾ ਪਾਪ ਹੈ। ਕਦੇ ਮਾਵਾਂ ਪੈਰੀ ਹੱਥ ਲਾਉਂਦੀ, ਕਦੇ ਮਾਵਾਂ ਮੱਥਾ ਟੇਕਦੀ, ਚੰਗੀਆਂ ਬੱਚੇ ਟੇਕਦੇ। ਤੇ ਗੁਰੂ ਸਾਹਿਬ ਨੇ ਆਪਣੇ ਅੰਦਰ ਦਾ ਖਿਆਲ ਛੱਡਿਆ, ਮਾਂ ਭਰਮ ਹੈ, ਭਰਮ ਹੈ, ਭਰਮ ਹੈ। ਮਾਇਆ ਦਾ ਜਾਲ ਪਾਤਾ ਗੁਰੂ ਸਾਹਿਬ ਨੇ। ਅਜੇ ਤੱਕ ਸੋਚਦੇ ਸੀ ਮੇਰਾ ਪੁੱਤ ਨਿਰੰਕਾਰ ਹੈ। ਮਨ 'ਚ ਉਸੇ ਵੇਲੇ ਮਾਂ ਦਾ ਖਿਆਲ ਆਇਆ, ਮੈਂ ਆਪਣੇ ਪੁੱਤ ਨੂੰ ਅੱਜ ਤੋਂ ਬਾਅਦ ਨਹੀਂ ਝਿੜਕਣਾ। ਖੁਦਾ ਦਾ ਨਾਮ ਮਮਤਾ ਪਾਤੀ, ਨਜ਼ਰਾਂ ਵਾਲੀ। ਇਹ ਤੇ ਗੁਰੂ ਸਾਹਿਬ ਨੇ ਨਾ, ਸੁਭਾਵਿਕ ਗੱਲ ਹੈ, ਤੁਸੀਂ ਆਪਣੇ ਦਿਲ ਦੀ ਗੱਲ ਕਿਸੇ ਤੋਂ ਕਹਾਉਣੀ, ਅੱਖ ਚੱਖ ਪਾ ਕੇ ਜੋ ਸੋਚੋਗੇ ਉਹੀ ਸੋਚੇਗਾ। ਤੁਸੀਂ ਆਪਣੇ ਬਾਰੇ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਹੋ ਨਾ, ਪਰ ਆਪਾਂ ਇੰਨੇ ਅੰਦਰ ਹੈ ਹੀ ਨਹੀਂ। ਅਸੀਂ ਤੇ ਇੰਨੇ ਪਰੇਸ਼ਾਨ ਆ, ਰਾਹ ਜਾਂਦਾ ਬੰਦਾ ਕਹਿੰਦਾ ਪਰਾਂ ਹੋ ਜਾ ਓਏ, ਗੱਡੀ ਉੱਪਰ ਚੜਾ ਦੂਗਾ, ਬਹੁਤ ਦੁਖੀ ਲੱਗਦਾ ਘਰੋਂ। ਸਾਡਾ ਤੇ ਚਾਰ ਕੋਹ ਤੋਂ ਪਤਾ ਲੱਗਦਾ ਬੰਦਾ ਪਰੇਸ਼ਾਨ ਬਹੁਤ ਹੈ, ਨੈਗੇਟਿਵ ਬਹੁਤ ਹੈ, ਇਹਦੇ ਕੋਲ ਪੋਜ਼ਿਟਿਵਿਟੀ ਨਹੀਂ, ਨਿੰਦਿਆ ਚੁਗਲੀ ਹੋਰ ਕੀ ਇਹਦੇ ਕੋਲੇ ਹੈ। ਪਰ ਜਦ ਬੰਦਾ ਸ਼ਾਂਤ ਹੋਣ ਲੱਗਦਾ ਨਾ, ਉਹ ਜੋ ਚਾਹੁੰਦਾ, ਤੁਸੀਂ ਕਦੇ ਨੋਟ ਕਰਿਓ, ਬੰਦਗੀ ਵਾਲੇ ਮਹਾਂਪੁਰਖ ਹੁੰਦੇ ਆ ਜਿਹੜੇ, ਬਹੁਤ ਘੱਟ ਨੇ ਜਿਹੜੇ ਹੁੰਦੇ ਆ, ਉਹਨਾਂ ਦੇ ਕੋਲ ਬੈਠਿਆਂ ਨਾ ਚੰਗੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ। ਤੇ ਮੇਰੇ ਵਰਗੇ ਨਾਸਤਕ ਕੋਲੇ ਬਹਿ ਕੇ ਵੇਖੋ, ਬੰਦਾ ਇਹ ਸੋਚਦਾ ਵੀ ਅੱਜ ਕਿੰਨੇ ਕਮਾਏ ਨੇ, ਕੱਲ ਨੂੰ ਕਿੰਨੇ ਇਕੱਠੇ ਹੋ ਜਾਣਗੇ। ਸਤਿਨਾਮ। ਜਿਹਦਾ ਔਰਾ ਹੀ ਮਾਇਆ ਵਾਲਾ ਹੈ, ਜਿਹਦਾ ਅੰਦਰ ਹੀ ਸੂਪਣੇ ਵਾਲਾ ਹੈ, ਉਸ ਬੰਦੇ ਦੀ ਸੰਗਤ ਵੀ ਦੁਖਦਾਈ ਹੈ। ਤੇ ਬੰਦਗੀ ਵਾਲੇ ਕੋਲ ਬੈਠੋਗੇ, ਸੇਵਾ ਦੇ ਵਿਚਾਰ ਆਉਣਗੇ, ਨਾਮ ਦੇ ਵਿਚਾਰ ਆਉਣਗੇ, ਭਗਤੀ ਦੇ ਵਿਚਾਰ ਆਉਣਗੇ। ਕਿਉਂ? ਕਿਉਂਕਿ ਉਹਦੇ ਅੰਦਰ ਕਿਣਕਾ ਹੈ। ਗੁਰੂ ਸਾਹਿਬ ਨੇ ਮਾਇਆ ਪਾਤੀ ਮਾਤਾ ਜੀ ਉੱਤੇ, ਵੀ ਮਾਂ ਨੇ ਇਹ ਰੌਲਾ ਸਾਰਿਆਂ ਕੋਲ ਪਾਉਣਾ, ਜਾ ਕੇ ਤੁਲਸਾ ਦਾਸੀ ਨੂੰ ਦੱਸ ਦੇਣਾ, ਪਿਤਾ ਜੀ ਨੂੰ ਦੱਸ ਦੇਣਗੇ ਵੀ ਪੁੱਤ ਰੱਬ ਹੈ। ਸਾਰੇ ਗਵਾਂਢ 'ਚ ਪਤਾ ਲੱਗ ਜੂ, ਲੋਕ ਟੇਕਣ ਲੱਗ ਜਾਣਗੇ, ਮੱਥੇ ਪੂਜਾ ਕਰਨ ਲੱਗ ਜਾਣਗੇ। ਤੇ ਮਹਾਰਾਜ ਕਹਿੰਦੇ ਲੋਕਾਂ ਨੂੰ ਸਫਾਈ ਦੇਣ ਨਾਲੋਂ ਕਿਉਂ ਨਾ ਮਾਂ ਵੀ ਮਮਤਾ ਦੀ ਪਾ ਦਈਏ। ਬੜੀ ਵਾਰ ਗੁਰੂ ਸਾਹਿਬ ਨੇ ਪਾਇਆ,
कहते नजर भर जो मर्द ने तकिया अंदर का ख्याल भेज दिता ते माता जी के मन च आउण लग गया। कहते मेरा पुत लाडा नाल पालिया होया ते मैं इहदे बारे ही सोचना है, मैं अपने पुत नूं झड़कना नहीं है। ममता जाग पई, अखां भर आईयां ने। दोहरा जिसकी पद अरविंद को देव रूप बोआई। ਉਹ ਚੀਜ਼ਾਂ ਮਾਤਾ ਜੀ ਭੁੱਲਣ ਲੱਗ ਪਏ ਜਿਹੜੇ ਖਿਆਲ ਚਾਹੁੰਦੇ ਸੀ ਵੀ ਜਿਨ੍ਹਾਂ ਦੇ ਚਰਨਾਂ ਨੂੰ ਦੇਵੀ ਦੇਵਤੇ ਮੱਥੇ ਟੇਕਦੇ ਨੇ ਉਹ ਚਰਨ ਕਿੱਡੇ ਮਹਾਨ ਪੂਜਨੀਕ ਹੋਣਗੇ। ਕਿਉਂਕਿ ਮਾਤਾ ਜਿਸ ਵੇਲੇ ਚਰਨਾਂ ਨੂੰ ਸਪਰਸ਼ ਕਰਦੇ ਸੀ ਉਦੋਂ ਚਿੱਤ ਜਾ ਕਰਦਾ ਸੀ ਮੈਂ ਮੱਥਾ ਟੇਕਦਾ ਤੇ ਮਹਾਰਾਜ ਨੇ ਅੱਖਾਂ ਖੋਲ ਲਈਆਂ, ਵੇਖੀ ਮਾਂ ਕਿਤੇ ਆ ਕੰਮ ਨਾ ਕਰਦੇ ਹੋ, ਸਿਰ ਨਾ ਰੱਖ ਦਿਓ ਚਰਨਾਂ ਤੇ। ਮਾਂ ਮਾਈ ਹੁੰਦੀ ਹੈ ਜੀ, ਮਾਂ ਰੱਬ ਰੂਪ ਹੁੰਦੀ ਆ। ਮਾਂ ਨੂੰ ਸਮਝਣਾ ਬੜਾ ਔਖਾ ਕੰਮ ਹੈ, ਹਰ ਬੰਦੇ ਨੂੰ ਸਮਝ ਨਹੀਂ ਆਉਂਦੀ ਮਾਂ ਦੀ। ਤੇ ਜਿਨ੍ਹਾਂ ਨੂੰ ਸਮਝ ਆਏ ਉਹਨਾਂ ਦਾ ਘਰ ਸਵਰਗ ਹੈ। ਜਿਨ੍ਹਾਂ ਨੂੰ ਨਹੀਂ ਸਮਝ ਆਈ ਜਦੋਂ ਮਾਪੇ ਛੱਡ ਜਾਂਦੇ ਫਿਰ ਉਹ ਰੋਂਦੇ ਆ ਭੁੱਬਾ ਮਾਰ ਕੇ, ਕਹਿੰਦੀ ਅੱਗ ਲਾਉਣੀ 50 ਕਿੱਲੇ ਜ਼ਮੀਨ, ਬਾਪੂ ਤੇ ਹੈ ਨਹੀਂ, ਮਾਂ ਤੇ ਹੈ ਨਹੀਂ ਕੋਲੇ, ਕਿਹਦੇ ਵਾਸਤੇ ਬਣਾਉਣੀ ਹੈ, ਕਿਹਦੇ ਲਈ ਕਰਨਾ ਹੈ। ਹਾਂ ਮਾਂ ਬਾਪ ਹੁੰਦੇ ਤੇ ਮੇਰੀਆਂ ਤਰੱਕੀਆਂ ਪਿੱਛੇ ਖੁਸ਼ ਹੁੰਦੇ, ਉਹਨਾਂ ਦਾ ਹਾਸਾ ਹੀ ਕਿੰਨਾ ਹੁੰਦਾ। ਤੇ ਬੱਚਾ ਜਿੱਥੋਂ ਮਰਜ਼ੀ ਆਵੇ ਮਾਂ ਪਹਿਲਾਂ ਹੀ ਪੁੱਛਦੀ ਪੁੱਤ ਕੁਝ ਖਾਧਾ, ਪਤਨੀ ਕਦੇ ਨਹੀਂ ਪੁੱਛਦੀ ਕੁਝ ਖਾਧਾ ਪੀਤਾ, ਉਹ ਵੇਖਦੀ ਅੱਜ ਕੀ ਕਮਾ ਕੇ ਆਏ, ਘਾਟਾ ਖਾਧਾ ਜਾਂ ਵਾਧਾ ਪਿਆ। ਪਰ ਇੱਕ ਮਾਂ ਹੈ, ਪਿਓ ਵੀ ਇਹਨਾਂ ਨਹੀਂ ਸੋਚਦਾ। ਪਿਓ ਵੀ ਸੋਚਦਾ ਇਹ ਲਾਈ ਲੱਗ ਜਾਏ, ਕੀ ਕਰਦਾ ਫਿਰਦਾ, ਕਿੱਥੋਂ ਆਇਆ, ਕਿਵੇਂ ਆਇਆ। ਮਾਂ ਨਹੀਂ ਸੋਚਦੀ ਕਿੱਥੋਂ ਆਇਆ। ਮਾਂ ਨੂੰ ਇਹ ਲੱਗਦਾ ਰਹਿੰਦਾ ਹੈ ਕਿ ਪੁੱਤ ਕਿਤੇ ਭੁੱਖਾ ਤੇ ਨਹੀਂ ਸੀ ਸਾਰਾ ਦਿਨ, ਇਹਨੇ ਕੁਝ ਖਾਧਾ ਪੀਤਾ ਵੀ ਹੋਣਾ। ਇਹ ਮਮਤਾ ਹੈ, ਮਾਇਆ ਦਾ ਜਾਲ ਹੈ ਇੱਕ ਮਾਂ। ਪਰ ਜਿਨ੍ਹਾਂ ਨੇ ਮਾਂ ਦੀ ਮਮਤਾ ਛੱਡ ਕੇ ਮਾਂ ਨਾਲ ਪ੍ਰੇਮ ਕੀਤਾ ਨਾ, ਸੱਚੀ ਮਾਂ ਵਿੱਚੋਂ ਰੱਬ ਉਹਨਾਂ ਨੂੰ ਨਜ਼ਰ ਆਇਆ। ਜੇ ਮਮਤਾ ਦੀ ਫਸੇ ਰਹੇ ਮਾਂ ਦੀ ਫਿਰ ਦੁੱਖ ਬੜੇ ਆ, ਬਹੁਤ ਦੁੱਖ ਨੇ ਵੀ ਮੇਰੀ ਮਾਂ ਮੇਰੇ ਤੋਂ ਬਿਨਾਂ ਕਿਸੇ ਨੂੰ ਪੁੱਤ ਨਾ ਮੰਨੇ, ਮੇਰੀ ਮਾਂ ਮੇਰੇ ਤੋਂ ਬਗੈਰ ਕਿਸੇ ਨੂੰ ਧੀ ਨਾ ਮੰਨੇ, ਮੈਂ ਮਾਇਆ। ਫਿਰ ਉਹ ਮਮਤਾ ਬੜੀ ਹਾਨੀਕਾਰਕ ਹੈ। ਜਿੱਥੇ ਲੱਗਦਾ ਵੀ ਮੇਰੀ ਮਾਂ ਦਾ ਸੁਭਾਅ ਤੇ ਰੱਬ ਵਰਗਾ ਯਾਰ, ਉਹਦੇ ਕੋਲ ਮੇਰੇ ਦੋਸਤ ਵੀ ਆਉਂਦੇ, ਉਹਨਾਂ ਨੂੰ ਵੀ ਉਹ ਮੇਰਾ ਹੀ ਰੂਪ ਵੇਖਦੀ ਤੇ ਸੱਚੀ ਮਾਂ ਰੱਬ ਬਣ ਜਾਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਮਤਾ ਦੀ ਐਸੀ ਤੰਦ ਛੱਡ ਦਿੱਤੀ। ਮਾਤਾ ਸੋਚਦੇ ਸੋਚਦੇ ਚਰਨਾਂ ਵਾਲੇ ਪਾਸੇ ਕਹਿੰਦੀ ਕੱਪੜਾ ਲੈ ਕੇ ਗੁਰੂ ਸਾਹਿਬ ਦੇ ਚਰਨ ਸਾਫ਼ ਕਰਨ ਲੱਗੇ। ਕਹਿੰਦੀ ਠੰਡ ਦਾ ਸਮਾਂ, ਪੁੱਤਰ ਦੇ ਚਰਨਾਂ ਤੇ ਹਲਕਾ ਜਿਹਾ ਪਸੀਨਾ ਆ ਗਿਆ, ਇਹਨੂੰ ਤਰੇਲੀਆਂ ਕਿਉਂ ਆਉਂਦੀਆਂ ਨੇ। ਕਰੇ ਆਪ ਚਿਤ ਪ੍ਰੀਤ ਸੋ ਬਾਰ ਬਾਰ ਸਿਰ ਨਾਏ। ਤੇ ਮਾਤਾ ਪਹਿਲਾਂ ਮੱਥੇ ਟੇਕਦੇ ਸੀ, ਬੈਠੇ ਨਮਸਕਾਰਾਂ ਕਰਦੇ ਸੀ, ਹੁਣ ਪੁੱਤਰ ਨੂੰ ਗੋਦੀ ਚੁੱਕ ਲਿਆ, ਲਾੜ ਲੜਾਉਂਦੇ ਆ, ਪ੍ਰੇਮ ਕਰਦੇ ਆ, ਗੱਲਾਂ ਕਰਦੇ ਹੁੰਦੇ। ਤੇ ਗੁਰੂ ਸਾਹਿਬ ਮਾਤਾ ਦੀ ਗੋਦ ਵਿੱਚ ਬੈਠੇ ਮੁਸਕਰਾਈ ਜਾਂਦੇ ਆ, ਵੇਖ ਰਹੇ ਆ, ਕਿਉਂਕਿ ਹੁਣ ਤੇ 5 5.5 ਸਾਲ ਦੇ ਆ, ਹੁਣ ਤੇ ਦੁਨਿਆਵੀ ਤੌਰ ਤੇ ਸਿਆਣੇ ਨੇ। ਪਰ ਮਰਦ ਨੇ ਮਾਤਾ ਨੂੰ ਇਸ਼ਾਰਾ ਕੀਤਾ ਵੀ ਮੈਨੂੰ ਭੁੱਖ ਲੱਗ ਰਹੀ ਹੈ, ਗੱਲਾਂ ਗੱਲਾਂ 'ਚ ਇਸ਼ਾਰਾ ਕਰਦਾ, ਕਿਉਂਕਿ ਹੋ ਸਕਦਾ ਮਾਤਾ ਦਾ ਧਿਆਨ ਫਿਰ ਉਸ ਰਾਤ ਵਾਲੇ ਪਾਸੇ ਜਾਵੇ ਵੀ ਮੇਰਾ ਪੁੱਤ, ਮੈਂ ਉਹਨੂੰ ਪੁੱਤ ਮੰਨਦੀ ਆ, ਦੁਨੀਆ ਮੱਥੇ ਟੇਕਦੀ ਹੈ। ਪੰਡਤ ਹਰਦਿਆਲ ਵੀ ਕਹਿੰਦੇ ਰੱਬ ਆਏ ਪਰਮਾਤਮਾ। ਜੇ ਮਾਤਾ ਜੀ ਜਾ ਕੇ ਆਪਣੇ ਪਤੀ ਨੂੰ ਦੱਸਦੇ ਆ, ਉਹਨੇ ਕਹਿਣਾ ਰਹਿਣ ਦੇ, ਇਹ ਗੱਲਾਂ ਪਹਿਲਾਂ ਪੰਡਤ ਵੀ ਕਹਿੰਦਾ ਸੀ, ਇਹ ਤੇ ਢੀਠ ਬੜਾ ਹੈ, ਛੱਡ ਪਰ। ਤੇ ਗੁਰੂ ਸਾਹਿਬ ਨੇ ਉਹ ਗੱਲ ਉੱਥੇ ਹੀ ਖਤਮ ਕਰ ਦਿੱਤੀ ਵੀ ਮਾਂ ਚਾਹ ਕੇ ਵੀ ਕਿਸੇ ਕੋਲ ਭੇਦ ਦੇਵੇ ਨਾ। ਚੌਪਈ ਹੋ ਹੀਰੇ ਸੁਪਨੇ ਕੀ ਨਿਆਈ, ਅਬਲੋ ਚਰਚਿਓ ਬਿਦਦ ਦਿਸਾਈ। ਕਹਿੰਦੇ ਬੇਸ਼ੱਕ ਮਾਤਾ ਤੇ ਮਮਤਾ ਪੈ ਗਈ, ਪਰ ਇੰਨਾ ਖਿਆਲ ਅੰਦਰ ਜ਼ਰੂਰ ਸੀ ਵੀ ਰਾਤ ਵਾਲੇ ਸੁਪਨੇ ਵਿੱਚ ਜੋ ਕੁਝ ਹੋਇਆ ਉਹ ਸੱਚ ਹੋਇਆ। ਮਮਤਾ ਫਿਰ ਕਾਹਦੀ ਪੈ ਗਈ ਜੇ ਨਾ ਪਤਾ ਵੀ ਸੱਚ ਹੋਇਆ। ਉਸ ਚੀਜ਼ ਦਾ ਪ੍ਰਭਾਵ ਖਤਮ ਕਰਦਾ। ਪ੍ਰਭਾਵ ਦੁਨੀਆ ਦੇ ਬੜੇ ਰਿਸ਼ਤੇ ਨੇ ਜਿਨ੍ਹਾਂ ਦਾ ਸਾਡੇ ਤੇ ਪ੍ਰਭਾਵ ਹੁੰਦਾ, ਜਿਨ੍ਹਾਂ ਦੀ ਅਸੀਂ ਪ੍ਰਵਾਹ ਕਰਦੇ ਹਾਂ। ਜਿੱਦਣ ਉਹ ਰਿਸ਼ਤਿਆਂ ਦੇ ਵਿੱਚੋਂ ਪ੍ਰਭਾਵ ਖਤਮ ਹੋ ਜਾਂਦਾ, ਬੰਦਾ ਸਾਹਮਣੇ ਬੈਠਾ ਹੁੰਦਾ ਸੀ ਕੱਖ ਵੀ ਨਹੀਂ ਜਾਣਦੇ, ਜਿਹਤੋਂ ਕਦੇ ਡਰੀਦਾ ਹੁੰਦਾ ਹੈ, ਉਹਨੂੰ ਏਦਾਂ ਸਮਝੀਦਾ ਇਹ ਹੋਇਆ ਨਾ ਹੋਇਆ ਇੱਕ ਬਰਾਬਰ ਹੈ। ਮਾਤਾ ਜੀ ਤੋਂ ਪ੍ਰਭਾਵ ਗੁਰੂ ਸਾਹਿਬ ਨੇ ਖਤਮ ਕਰਤਾ। ਰਾਤ ਵਾਲਾ ਬੇਸ਼ੱਕ ਸੁਪਨਾ ਯਾਦ ਆ, ਉਹ ਭੁੱਲੇ ਨਹੀਂ ਨੇ, ਪਰ ਪ੍ਰਭਾਵ ਖਤਮ ਹੋ ਗਿਆ। ਕਹਿੰਦੇ ਲੈ ਇਹੋ ਜਿਹੇ ਸੁਪਨੇ ਵੀ ਆਉਂਦੇ ਆ, ਉਧਰਲੇ ਪਾਸੇ ਹੋ ਗਏ। ਹੁਣ ਉਹ ਭੁੱਲ ਚੁੱਕੇ ਇਸ ਚੀਜ਼ ਨੂੰ ਵੀ ਮੇਰਾ ਪੁੱਤ ਬਹੁਤ ਮਹਾਨ ਹੈ। ਉਹ ਤੇ ਖੇਡ ਮਰਦ ਨੇ ਖਤਮ ਕਰਤੀ ਹੈ। ਗੁਰੂ ਸਾਹਿਬ ਕਿੱਡੇ ਸਾਦਗੀ ਵਾਲੇ ਹੋਣਗੇ, ਜਿਨ੍ਹਾਂ ਨੇ ਬਚਪਨ ਦੇ ਵਿੱਚ ਵੀ ਆਪਣੇ ਆਪ ਨੂੰ ਛੁਪਾ ਕੇ ਰੱਖਿਆ। ਮੈਂ ਕਹਿੰਦਾ ਇੱਥੇ ਮੇਰੇ ਵਰਗਾ ਰੌਲਾ ਪਾਉਂਦਾ ਫਿਰਦਾ ਵੀ ਲੈ ਮੇਰੇ ਵਰਗਾ ਮਹਾਨ ਕੋਈ ਨਹੀਂ ਸੀ। ਮੈਂ ਤੇ ਮਾਇਆ ਜੀ, ਮੈਂ ਤੇ 5 ਸਾਲ ਦੀ ਉਮਰ 'ਚ ਐਂ ਕਰਦਾ ਸੀ, ਮੈਂ ਤੇ 10 ਸਾਲ ਦੀ ਉਮਰ 'ਚ
ਕਿਤੇ ਮੇਰੀ ਮਾਂ ਬਹਿ ਕੇ ਕਿਸੇ ਨੂੰ ਆਖੇ ਮੇਰਾ ਮੁੰਡਾ ਛੋਟਾ ਹੁੰਦਾ 5 ਸਾਲ ਦਾ ਸੀ, ਐਂ ਕਰਦਾ ਸੀ, ਤੇ ਬੰਦਾ ਬੜਾ ਖੁਸ਼ ਹੁੰਦਾ, ਲੈ ਫਰਮਾਇਆ ਸੀ ਨਾ। ਤੇ ਬੱਚਿਆਂ ਨੂੰ ਵੀ ਆਦਤ ਪੈ ਜਾਂਦੀ ਮਾਪਿਆਂ ਕੋਲੋਂ ਸਿਫਤ ਸੁਣਨ ਦੀ, ਤੇ ਮਾਪੇ ਵੀ ਫੁਕਰੀਆਂ ਮਾਰਦੇ ਫਿਰਦੇ, ਲੈ ਸਾਡੀ ਧੀ ਸਾਰੀ ਰਾਤ ਪੜ੍ਹਦੀ ਰਹਿੰਦੀ, ਸਾਡਾ ਮੁੰਡਾ ਸਾਰੀ ਰਾਤ ਪੜ੍ਹਦੀ। ਕਦੇ ਵੇਖੋ ਤੇ ਸਹੀ ਇੰਟਰਨੈਟ ਚਲਾਉਣਾ ਆਉਂਦਾ ਕਿ ਨਹੀਂ ਤੁਹਾਨੂੰ, ਕੀ ਕਰਦੇ ਆ ਇਹ ਅਲੱਗ ਗੱਲ ਆ। ਜਦੋਂ ਅਸੀਂ ਲੋੜ ਤੋਂ ਵੱਧ ਕੇ ਆਪਣਿਆਂ ਦੀ ਸਿਫਤ ਕਰਨ ਲੱਗ ਜਾਂਦੇ ਆ, ਸਮਝੋ ਉਹ ਡੁੱਬਿਆ ਅੱਜ ਵੀ ਤੇ ਡਿੱਗਿਆ ਕੱਲ ਵੀ। ਸਿਫਤਾਂ ਲੈ ਵੇਦੀਆਂ, ਫਿਰ ਜਿਹੜੀ ਜ਼ੁਬਾਨ ਨਾਲ ਬੰਦਾ ਸਿਫਤਾਂ ਕਰਦਾ, ਫਿਰ ਉਸੇ ਜ਼ੁਬਾਨ ਨਾਲ ਲੋਕਾਂ ਸਾਹਮਣੇ ਬੋਲਿਆ ਨਹੀਂ ਜਾਂਦਾ। ਜਿਹੜੇ ਕਹਿੰਦੇ ਸੀ ਨਾ ਮੇਰਾ ਪੁੱਤ ਏਦਾਂ, ਮੇਰੀ ਧੀ ਏਦਾਂ, ਜਿੱਦਣ ਘਰੋਂ ਕੱਢ ਦਿੰਦੇ ਫਿਰ ਅਗਲਾ ਕਹਿੰਦਾ ਹੁਣ ਕਿੱਥੇ ਰਹਿਣਾ, ਕਹਿੰਦਾ ਬਸ ਜੀ ਏਦਾਂ ਉੱਦਾਂ ਮਾੜਾ ਮੋਟਾ ਸੇਵਾ ਕਰ ਲਈਦਾ, ਬਣਦੀ ਨਹੀਂ ਕਰੇ। ਫਿਰ ਵੀ ਨਹੀਂ ਕਹਿ ਸਕਦਾ ਉਸੇ ਜ਼ੁਬਾਨ ਨਾਲ ਵੀ ਧੀ ਪੁੱਤ ਮਾੜੇ ਆ, ਪਹਿਲਾਂ ਸਿਫਤਾਂ ਹੀ ਬੜੀਆਂ ਕਰ। ਪਰ ਗੁਰੂ ਸਾਹਿਬ ਇਹਨਾਂ ਚੀਜ਼ਾਂ ਤੋਂ ਬੜੀ ਦੂਰ ਨੇ। ਉਹ ਕਹਿੰਦੇ ਇੰਨਾ ਵੀ ਮਾਂ-ਬਾਪ ਤੇ ਆਪਣਾ ਪ੍ਰਭਾਵ ਨਹੀਂ ਛੱਡਣਾ ਵੀ ਮਾਪੇ ਇਹੀ ਕਹਿੰਦੇ ਫਿਰੀ ਜਾਣ ਮੇਰਾ ਪੁੱਤ ਨਿਰੰਕਾਰ, ਮੇਰਾ ਪੁੱਤ ਰੱਬ। ਕਿਉਂਕਿ ਮਾਂ ਨੂੰ ਤੇ ਆਪਣਾ ਪੁੱਤ ਰੱਬ ਵਰਗਾ ਹੀ ਲੱਗਦਾ ਹੁੰਦਾ। ਉਹ ਚੋਰੀ ਕਰਕੇ ਵੀ ਆਵੇ, ਕਹਿੰਦੇ ਪੁੱਤ ਕੋਈ ਨਹੀਂ ਤੂੰ ਹੀ ਹੈ ਮੇਰਾ। ਮਾੜਾ ਕੰਮ ਕਰਕੇ ਵੀ ਆਵੇ ਨਾ, ਮਹੱਲਾ ਬਦਨਾਮੀ ਕਰਦਾ ਹੋਵੇ ਤੇ ਮਾਂ ਪਰਦੇ ਪਾਉਂਦੀ ਫਿਰਦੀ, ਉਹਦੀ ਮਮਤਾ ਹੈ। ਇਹ ਮਮਤਾ ਫਿਰ ਇੱਕ ਦਿਨ ਬੱਚਿਆਂ ਨੂੰ ਇਹੋ ਜਿਹੇ ਥਾਂ ਤੇ ਲਿਆ ਕੇ ਜਲੀਲ ਕਰਾਉਂਦੀ ਹੈ, ਫਿਰ ਮਾਂ ਵੀ ਬਹਿ ਕੇ ਰੋਂਦੀ। ਗੁਰੂ ਸਾਹਿਬ ਨੇ ਫਿਰ ਉਹ ਮਮਤਾ ਛੱਡ ਕੇ ਇਹ ਮਾਇਆ ਪਾਤੀ। ਮਾਇਆ, ਹੁਣ ਮਾਇਆ ਦਾ ਜਾਲ ਮਾਤਾ ਜੀ ਤੇ ਪਿਆ ਹੋਇਆ, ਭਰਮ ਪੈ ਗਿਆ, ਉਹ ਭਰਮ ਨਿਵਿਰਤ ਹੋ ਗਿਆ। ਕਿਤੇ ਸੁਪਨੇ ਵੀ ਕਦੇ ਸੱਚ ਹੁੰਦੇ ਆ, ਸੁਪਨੇ ਹੁੰਦੇ ਨੇ। ਚਿਤ ਵਿਚਾਰ ਕਰਤਿਓ ਪ੍ਰਭਾਤੋ, ਕੜਿਓ ਸਮਾਰ ਤੰਦ ਬਖਿਆ ਤੋ। ਕਹਿੰਦੇ ਬਾਹਰ ਸੂਰਜ ਚੜ੍ਹਨਾ ਸ਼ੁਰੂ ਹੋ ਗਿਆ, ਮਾਤਾ ਜੀ ਬੈਠੇ ਰਹੇ, ਆਪਣੇ ਪੁੱਤਰ ਨਾਲ ਖੇਡਦੇ ਰਹੇ। ਮਹਾਰਾਜ ਨੇ ਭੁੱਖ ਜ਼ਾਹਰ ਕੀਤੀ, ਮਾਤਾ ਭੁੱਖ ਬੜੀ ਲੱਗੀ ਹੈ। ਹਲਕਾ ਜਿਹਾ ਬੋਲ ਕੇ ਆਖਿਆ, ਮਾਂ ਕਹਿੰਦੀ ਪੁੱਤ ਮੈਂ ਹੁਣੇ ਲੈ ਕੇ ਆਈ। ਜਦ ਮਾਤਾ ਉਸ ਪਾਸੇ ਗਈ, ਮਾਤਾ ਨੂੰ ਫਿਕਰ ਪੈ ਗਿਆ ਮੇਰਾ ਪੁੱਤ ਰਾਤ ਦਾ ਹੀ ਭੁੱਖਾ ਸੀ, ਇਹ ਪਹਿਲਾਂ ਕਿਉਂ ਨਹੀਂ ਮੰਗਿਆ। ਕਿਉਂਕਿ ਬੱਚਿਆਂ ਦੇ ਖਾਣ ਪੀਣ ਦਾ ਕੋਈ ਟਾਈਮ ਨਹੀਂ ਹੁੰਦਾ। ਜੇ ਰਾਤ ਨੂੰ 1 ਵਜੇ ਵੀ ਰੋਏ ਤੇ ਉਦੋਂ ਵੀ ਦੁੱਧ ਦੇਣਾ ਪੈਂਦਾ। ਰਾਤ ਨੂੰ 3 ਵਜੇ ਵੀ ਆਖਣ ਕੁਝ ਖਾਣਾ ਤੇ ਮਾਂ ਨੂੰ ਉੱਠ ਕੇ ਦੇਣਾ ਹੀ ਪੈਣਾ। ਇਹ ਤੇ ਸਾਡੇ ਟਾਈਮ ਨੇ ਵੀ 8 ਵਜੇ ਰੋਟੀ ਸਵੇਰ ਦੀ, ਦੁਪਹਿਰੇ 1 ਵਜੇ, ਸ਼ਾਮ ਨੂੰ 9 ਵਜੇ, ਤੇ ਆਪਾਂ ਫਿਕਸ ਕਰੀ। ਬੱਚਿਆਂ ਦਾ ਕੋਈ ਟਾਈਮ ਹੁੰਦਾ? ਉਹ ਰਾਜੇ ਨੇ, ਜਦ ਦਿਲ ਕੀਤਾ ਖਾ ਲਿਆ, ਜਦ ਦਿਲ ਕੀਤਾ ਸੌ ਲਿਆ। ਗੁਰੂ ਸਾਹਿਬ ਕਹਿੰਦੇ ਮਾਂ ਬੜੀ ਭੁੱਖ ਲੱਗੀ ਹੈ, ਕਿਰਪਾ। ਤੇ ਮਾਂ ਨੇ ਸੋਚਿਆ ਪੁੱਤ ਨੂੰ ਦਹੀਂ ਚੌਲ ਖਵਾਵਾਂ ਜਾਂ ਮੈਂ ਦੁੱਧ ਪਿਲਾਵਾਂ। ਜਾਨੀ ਨਾਨਕ ਜੀ ਮਨ ਮਾਤਾ, ਤਾਣ ਦਈ ਤਬ ਮੋਹ ਨਾਤਾ। ਕਹਿੰਦੇ ਮਾਤਾ ਜੀ ਪਿਆਰ ਦੀਆਂ ਲੋਰੀਆਂ ਦਿੰਦੇ ਹੋਏ ਬਾਹਰ ਆ ਗਏ, ਆ ਕੇ ਦੁੱਧ ਬਣਾ ਰਹੇ ਆ ਤੇ ਪਿਆਰ ਦੇ ਗੀਤ ਗਾਉਂਦੇ। ਕਹਿੰਦੇ ਮੇਰਾ ਪੁੱਤ ਬੜਾ ਸਿਆਣਾ ਹੈ, ਮੇਰਾ ਪੁੱਤ ਸਮਝਦਾਰ ਹੈ। ਗੁਰੂ ਸਾਹਿਬ ਅੰਦਰ ਮੁਸਕਰਾ ਰਹੇ ਆ ਵੀ ਸ਼ੁਕਰ ਹੈ ਮਾਂ ਤੇ ਮਾਇਆ ਦੀ ਕਨਾਤ ਪੈ ਗਈ, ਪਰਦਾ ਪੈ ਗਿਆ। ਹੁਣ ਉਹ ਮਾਂ ਜੋ ਕੁਛ ਦੇਰ ਪਹਿਲਾਂ ਸੋਚਦੀ ਸੀ ਮੇਰਾ ਪੁੱਤ ਰੱਬ ਆ ਤੇ ਮੈਂ ਕੁਛ ਨਹੀਂ ਕਹਿਣਾ, ਤੇ ਮਾਂ ਸੋਚਦੀ ਮੈਂ ਆਪਣੇ ਪੁੱਤ ਨੂੰ ਪੜ੍ਹਾ ਲਿਖਾ ਕੇ ਇੰਨਾ ਸਿਆਣਾ ਕਰ ਦੇਣਾ, ਪਿਤਾ ਤੋਂ ਵੱਧ ਕੰਮ ਕਰਿਆ ਕਰੂ। ਦਿਮਾਗ 'ਚ ਚੱਲ ਰਿਹਾ, ਖਿਆਲ ਚੱਲ ਰਿਹਾ। ਉਸੇ ਵੇਲੇ ਭੋਜਨ ਬਣਾਉਣ ਲੱਗੇ ਨੇ। ਜਾਗੇ ਪੁਨ ਕਰਕੇ ਮੁਖ ਰੂਖਾ, ਕਹੇ ਮਾਤ ਦੇ ਭੋਜਨ ਭੂਖਾ। ਮਾਤਾ ਜੀ ਭੋਜਨ ਬਣਾ ਰਹੇ ਤੇ ਗੁਰੂ ਸਾਹਿਬ ਅੰਦਰ ਰੁੱਖੀ ਆਵਾਜ਼ 'ਚ ਬੋਲਦੇ, ਕਹਿੰਦੇ ਮਾਂ ਭੁੱਖ ਲੱਗੀ, ਛੇਤੀ ਆ ਜਾ। ਤੇ ਜਦੋਂ ਮਾਂ ਬੱਚੇ ਦੀ ਆਵਾਜ਼ ਸੁਣਦੀ ਉਹ ਕਲਪ ਜਾਂਦੀ ਹੈ ਵੀ ਬੱਚਾ ਮੇਰਾ ਭੁੱਖਾ ਪਤਾ ਨਹੀਂ ਕਿੰਨਾ ਹੋਣਾ। ਤੇ ਗੁਰੂ ਸਾਹਿਬ ਨੇ ਜਾਣ ਕੇ ਆਖਿਆ ਵੀ ਜਦ ਮੈਂ ਭੁੱਖ ਵਾਲੇ ਪਾਸੇ ਮਾਂ ਨੂੰ ਕਰ ਦੇਣਾ ਤੇ ਫਿਰ ਮਾਂ ਨਹੀਂ ਸੋਚੇਗੀ ਮੇਰਾ ਪੁੱਤ ਕੀ ਹੈ। ਭੁੱਖ 'ਚ ਕਿਸੇ ਦੀ ਯਾਦ ਦਿਸਦੀ ਹੈ ਜੀ? ਸੱਚੀ ਦੱਸੀ, ਤੁਹਾਨੂੰ ਭੁੱਖ ਲੱਗੀ ਹੋਵੇ, ਕੋਈ ਥਾਂ ਚੰਗੀ ਲੱਗਦੀ ਹੈ? ਕਿਸੇ ਯਾਤਰਾ ਤੇ ਸਫ਼ਰ ਤੇ ਜਾ ਰਹੇ ਹੋ, ਕਿਤੇ ਜਾ ਰਹੇ ਹੋ, ਅੰਤਾਂ ਦੀ ਭੁੱਖ ਲੱਗ ਜੇ, ਬੰਦਾ ਕਹਿੰਦਾ ਯਾਰ ਗੱਡੀ ਖੜਾ ਰੈਸਟੋਰੈਂਟ ਤੇ, ਕਿਉਂ ਅੱਗੇ ਭੱਜੀ ਜਾਣਾ? ਰੋਕ ਲਾ, ਪਿਆਸ ਲੱਗੀ, ਭੁੱਖ ਲੱਗੀ ਹੈ। ਭੁੱਖ ਜਦ ਲੱਗ ਗਈ ਦੁਨੀਆ ਦਾ ਸਾਰਾ ਕੁਛ ਮਿੱਟੀ ਹੈ, ਤੇ ਜਦ ਬੰਦਾ ਰੱਜਿਆ ਹੁੰਦਾ ਤੇ ਫਿਰ ਸਾਰਾ ਕੁਛ ਚੰਗਾ ਲੱਗਦਾ ਹੈ। ਤੇ ਮਾਂ ਨੂੰ ਛੋਟੀ ਉਮਰ ਦੇ ਬੱਚੇ ਦਾ ਦੁੱਖ ਜ਼ਿਆਦਾ ਹੁੰਦਾ, ਉਹਦੀ ਦੁੱਖ ਭੁੱਖ ਦਾ। ਆਪਣੀ ਭੁੱਖ ਭੱਖ ਉਹਦੀ ਖਤਮ ਹੋ ਜਾਂਦੀ ਹੈ, ਕਿਉਂਕਿ ਰੱਬ ਨੇ ਬੜੇ ਡੂੰਘੇ ਸੰਯੋਗ ਬਣਾਏ ਹੋਏ ਆ, ਬੜੇ ਡੂੰਘੇ ਸੰਯੋਗ। ਜਦ ਮਾਂ ਦੇ ਪੇਟ ਵਿੱਚ ਬੱਚਾ ਹੁੰਦਾ ਨਾ, ਤੇ ਮਾਂ ਨੂੰ ਕਿਸੇ ਕਾਰਨ ਕਰਕੇ ਕੋਈ ਇਨਫੈਕਸ਼ਨ ਹੋ ਜੇ, ਅੱਜ ਦੀ ਮੈਡੀਕਲ ਸਾਇੰਸ ਵੀ ਇਹ ਕਹਿੰਦੀ ਹੈ, ਕਹਿੰਦੇ ਬੱਚੇ ਦਾ ਮਾਂ ਨਾਲ ਇਹ ਸੰਬੰਧ ਹੈ, ਪੇਟ ਵਿੱਚ ਬੱਚਾ ਐਸੇ ਹਾਰਮੋਨ ਰਿਲੀਜ਼ ਕਰਦਾ ਹੈ, ਮਾਂ ਦੀ ਬਾਡੀ ਨੂੰ ਠੀਕ ਕਰ ਦਿੰਦਾ ਹੈ, ਤੰਦਰੁਸਤ ਹੋ ਜਾਂਦੀ ਹੈ ਮਾਂ। ਬੜੀਆਂ ਬਿਮਾਰੀਆਂ ਇਦਾਂ ਦੀਆਂ ਜੋ ਬੱਚੇ ਦੇ ਹੋਣ ਕਰਕੇ ਮਾਂ ਦੀਆਂ ਕੱਟੀਆਂ ਜਾਂਦੀਆਂ ਨੇ। ਤਾਂ ਹੀ ਤੇ ਕਹਿੰਦੇ ਵੀ ਮਾਂ ਦੀਆਂ ਆਂਦਰਾਂ ਹੁੰਦੀਆਂ ਦੀ ਪੁੱਤ, ਇਸੇ ਕਰਕੇ ਕਿਹਾ ਜਾਂਦਾ ਹੈ ਵੀ ਮਾਤਾ ਦਾ ਹੀ ਇੱਕ ਸਰੀਰ ਹੈ ਬੱਚੇ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਕਹਿਤਾ ਨਾ ਮਾਂ ਭੁੱਖ ਲੱਗੀ ਛੇਤੀ ਆ ਜਾ, ਕਹਿੰਦੇ ਮਾਤਾ ਨੇ ਚਾਵਲ ਰੱਖੇ ਹੋਏ ਸੀ, ਫਟਾਫਟ ਬਣਾਏ, ਪਿੱਛੇ ਪਾਇਆ ਦਹੀਂ, ਉਹਨਾਂ ਨੂੰ ਮਿਕਸ ਕੀਤਾ, ਇੱਕ ਬਰਤਨ ਵਿੱਚ ਪਾ ਕੇ ਦੌੜ ਕੇ ਲੈ ਕੇ ਆਏ ਨੇ। ਇਸ ਕੀ ਭੁੱਲੀ ਸਕਲ ਵਿਚਾਰ, ਲਖੀ ਦੇ ਸੁਤ ਮੈਂ ਭੁਖਿਆਰ। ਤੇ ਫਿਰ ਮਾਤਾ ਜੀ ਆਪਣੇ ਆਪ ਨੂੰ ਕੋਸੀ ਜਾਂਦੇ, ਕਹਿੰਦੇ ਲੈ ਦੱਸ ਸਾਰੀ ਰਾਤ ਪੁੱਤ ਮੇਰਾ ਭੁੱਖਾ ਪਿਆ ਰਿਹਾ, ਮੈਂ ਸੋਚੀ ਕੀ ਹੈ, ਮੈਂ ਸੁਪਨੇ ਲੈਂਦੀ ਰਹੀ ਸਾਰੀ ਰਾਤ, ਆਪਣੇ ਆਪ ਨੂੰ ਕੋਸੀ। ਕਹਿੰਦੇ ਫਟਾਫਟ ਉਹਨਾਂ ਭੋਜਨ ਪਾਇਆ, ਪਲੇਟ ਵਿੱਚ ਠੰਡਾ ਕੀਤਾ, ਗੁਰੂ ਸਾਹਿਬ ਨੂੰ ਇੱਕ ਇੱਕ ਚਮਚਾ ਕਰਕੇ ਖਵਾਈ ਜਾਂਦੇ ਆ। ਤੇ ਮਰਦੇ ਕਹਿੰਦੇ ਮਾਂ ਬੜਾ ਸਵਾਦ ਹੈ ਭੋਜਨ, ਬਹੁਤ ਸਵਾਦਿਸ਼ਟ। ਦਿਨ ਚੜ ਗਿਆ, 8-9 ਵਜੇ ਹੋਏ ਆ, ਜਦ ਮਾਤਾ ਦੇ ਸਨਮੁਖ ਗੁਰੂ ਸਾਹਿਬ ਨੇ ਆਖਿਆ ਭੋਜਨ ਬੜਾ ਸਵਾਦ ਹੈ, ਕਹਿੰਦੇ ਮਾਂ ਨੂੰ ਬੜੀ ਖੁਸ਼ੀ ਹੋਈ, ਚੱਲ ਸ਼ੁਕਰ ਹੈ ਇਹਨੇ ਕੁਝ ਖਾਧਾ ਤੇ ਸਹੀ। ਭੁੱਲ ਗਏ ਸੁਪਨੇ ਕਿਹੜੇ ਸੀ, ਆਖੋ ਸਤਿਨਾਮ। ਮਾਂ ਲਈ ਬੱਚਾ ਉਦੋਂ ਤੱਕ ਬਹੁਤ ਖਾਸ ਹੁੰਦਾ ਜਦ ਤੱਕ ਉਹ ਬਹੁਤ ਛੋਟਾ ਹੁੰਦਾ ਹੈ। ਜਦ ਉਹ ਵੱਡਾ ਹੁੰਦਾ ਜਾਂਦਾ ਤਿਉਂ ਮਾਂ ਦੀ ਮਮਤਾ ਘਟਦੀ ਜਾਂਦੀ ਹੈ, ਬਸ ਖਿਆਲ ਰਹਿੰਦਾ ਕਿ ਇਹ ਮੇਰੇ ਆਪਣੇ ਆ। ਤੇ ਜਦ ਕਿਤੇ ਮਾਂ ਭਗਤੀ ਨਾਲ ਜੁੜ ਜੇ ਫਿਰ ਕਿਸੇ ਦੀ ਪਰਵਾਹ ਨਹੀਂ, ਫਿਰ ਕਿਸੇ ਦੀ ਵੀ ਪਰਵਾਹ ਨਹੀਂ ਹੁੰਦੀ, ਕੌਣ ਆਪਣਾ ਕੌਣ ਬਗਾਨਾ, ਸਭ ਇੱਕ ਸਮਾਨ ਦਿਸਦੇ ਆ। ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਕੋਲ ਬਿਠਾ ਕੇ ਇੱਕ ਇੱਕ ਚਮਚ ਉਹਨਾਂ ਨੂੰ ਭੋਜਨ ਕਰਾ ਰਹੇ ਆ, ਚਾਵਲ ਦਹੀਂ ਖਵਾ ਰਹੇ ਆ, ਤੇ ਗੁਰੂ ਸਾਹਿਬ ਦੇ ਨਾਲ ਪਿਆਰ ਦੀਆਂ ਗੱਲਾਂ ਕਰਦੇ ਨੇ। ਦਦ ਸੋ ਅਸਨ ਦੀਨ ਹਿਤ ਖਾਨੇ, ਜਿਉ ਆਗੇ ਜਾਣੇ ਤਿਉ ਜਾਣੇ। ਅੱਜ ਦੁੱਧ ਨਹੀਂ ਪੀਤਾ ਸਤਿਗੁਰਾਂ ਨੇ, ਕਿਉਂਕਿ ਉਹਨਾਂ ਕਿਹਾ ਭੁੱਖ ਲੱਗੀ, ਹੁਣ ਵੱਡੇ ਹੋ ਗਏ। ਦੁੱਧ ਕੇਵਲ 5 ਸਾਲ ਤੋਂ ਪਹਿਲਾਂ ਤੱਕ ਹੀ ਹੁੰਦਾ, ਮੁੜ ਕੇ ਤੇ ਬੱਚੇ ਲਈ ਜ਼ਹਿਰ ਬਣਨਾ ਸ਼ੁਰੂ ਹੋ ਜਾਂਦਾ ਦੁੱਧ। ਜਿਹੜੇ ਪੁਰਾਣੇ ਬਜ਼ੁਰਗ ਉਹਨਾਂ ਨੂੰ ਪਤਾ ਹੈ ਬੱਚਿਆਂ ਦੀ ਖੁਰਾਕ ਕੀ ਹੈ, ਉਹਨਾਂ ਨੂੰ ਕਿਵੇਂ ਸੰਭਾਲਣਾ ਹੈ, ਕਿਵੇਂ ਰੱਖਣਾ ਹੈ, ਕਿਉਂਕਿ 5 ਸਾਲਾਂ ਬਾਅਦ ਉਹਨੂੰ ਇੱਕ ਸੰਪੂਰਨ ਪੁਰਖ ਵਾਲੀ ਖੁਰਾਕ ਦੇਣੀ ਹੈ। ਇਸੇ ਕਰਕੇ ਮਾਤਾ ਜੀ ਨੇ ਦਹੀਂ ਤੇ ਚਾਵਲ ਦਿੱਤੇ। ਪੁਰਾਣੇ ਸਮੇਂ 'ਚ ਲੋਕੀ ਦਿੰਦੇ ਸੀ ਬੱਚਿਆਂ ਦੀ ਬਾਡੀ ਗਰੋਥ ਲਈ, ਜਿੰਨਾ ਕੈਲਸ਼ੀਅਮ ਹੈ, ਜਿੰਨਾ ਪੋਟਾਸ਼ੀਅਮ ਹੈ, ਜੋ ਕੁਝ ਵੀ ਹੈ, ਸਭ ਤੋਂ ਵੱਧ ਦਹੀਂ ਤੇ ਚਾਵਲ ਚੋਂ ਮਿਲਦਾ ਬੱਚਿਆਂ ਨੂੰ। ਤੇ ਮਾਤਾ ਜੀ ਨੇ ਜਦੋਂ ਚਾਵਲ ਖਵਾਏ, ਗੁਰੂ ਸਾਹਿਬ ਨੇ ਖੁਸ਼ ਹੋ ਕੇ ਸਾਰੇ ਚੌਲ ਖਾ ਲਏ। ਕਹਿੰਦੇ ਮਾਤਾ ਬੜੇ ਸਵਾਦ ਨੇ, ਦੁਪਹਿਰੇ ਵੀ ਮੈਨੂੰ ਇਹੀ ਬਣਾਇਆ। ਮਾਂ ਕਹਿੰਦੀ ਚੰਗਾ ਪੁੱਤ, ਖੁਸ਼। ਕਿਉਂਕਿ ਚਾਵਲ ਪਾਣੀ 'ਚੋਂ ਪੈਦਾ ਹੁੰਦੇ ਆ, ਪਾਣੀ ਦਾ 70% ਹਿੱਸਾ ਨੇ ਚੌਲ। ਤੇ ਜਿਹੜਾ ਬੱਚਾ ਚਾਵਲ ਜ਼ਿਆਦਾ ਖਾਵੇ, ਜਿਹੜਾ ਚੌਲ ਜ਼ਿਆਦਾ ਖਾਂਦਾ ਹੈ, ਤੇ ਪਿਆਰਿਓ ਕਦੇ ਨੋਟ ਕਰਿਓ ਉਸ ਬੱਚੇ ਵਿੱਚ ਵਿਟਾਮਿਨ ਦਾ ਲੈਵਲ ਜ਼ਿਆਦਾ ਹੋਏਗਾ। ਜਿੰਨੀਆਂ ਚੀਜ਼ਾਂ ਨੇ ਨਾ ਸਾਡੀਆਂ ਮਲਟੀ ਵਿਟਾਮਿਨ ਪੂਰੇ ਹੋਣਗੇ। ਤੇ ਜਿਹਨੂੰ ਰੱਖਿਆ ਹੀ ਇਕੱਲਾ ਰੋਟੀਆਂ ਤੇ ਜਾਂ ਫਲਾਂ ਫੁਲਾਂ ਤੇ ਹੈ, ਉਹ ਜਦ ਮਰਜ਼ੀ ਚੈੱਕ ਕਰਾ ਲਾ, ਕਦੇ ਕਹਿੰਦੇ ਵਿਟਾਮਿਨ ਡੀ ਘੱਟ ਹੈ, ਕਦੇ ਕਹਿੰਦੇ ਹੁਣ ਈ ਵੀ ਘੱਟ ਗਿਆ, ਅੱਜ ਏ ਘੱਟ ਗਿਆ, ਅੱਜ ਬੀ ਘੱਟ ਗਿਆ, ਅੱਜ ਫਲਾਣਾ ਹੋ ਗਿਆ, ਫਿਰ ਇੱਧਰ ਹੁਣ ਕਹਿੰਦੀ ਵਿਟਾਮਿਨ ਕੇ ਵੀ ਘਟਿਆ, ਅੱਜ ਵੀ ਇੱਧਰਲੇ ਪਾਸੇ ਫਿਰੀ ਜਾਓ। ਫਿਰ ਕੋਈ ਕਹਿੰਦਾ ਹੁਣ ਮਿੱਟੀ 'ਚ ਖੜਾਓ ਜੀ, ਕੋਈ ਕਹਿੰਦਾ ਗੋਲੀਆਂ ਖਵਾਓ, ਕੈਲਸ਼ੀਅਮ ਘੱਟ ਗਿਆ। ਪਰ ਜਦ ਬੱਚਾ ਮਿੱਟੀ ਵਿੱਚ ਖੇਡਦਾ, ਦਹੀਂ ਤੇ ਚਾਵਲ ਖਾਂਦਾ, ਤੇ ਉਹਦੇ 'ਚ ਕਮੀਆਂ ਕਦੇ ਨਹੀਂ ਆਉਂਦੀਆਂ। ਇਹੀ ਕਾਰਨ ਹੈ, ਕਦੇ ਬਿਹਾਰ ਤੇ ਯੂਪੀ ਦੇ ਬੱਚਿਆਂ ਨੂੰ ਵੇਖਿਓ, ਸਾਡੇ ਬੱਚੇ ਕੋਲ ਖੜੇ ਕਰਦੇ, ਉਹਨਾਂ ਦੇ ਕਰਦੇ ਢਾ ਲੈਣਗੇ, ਉਹ ਉੱਠਣ ਨਹੀਂ ਦਿੰਦੇ, ਕਿਉਂਕਿ ਬਚਪਨ ਤੋਂ ਹੀ ਉਹ ਦਹੀਂ ਚਾਵਲ ਖਾਂਦੇ ਆਏ ਆ। ਤੇ ਬਲ ਕਿੰਨਾ ਹੈ, ਉਹ 8-8 ਘੰਟੇ ਕੰਮ ਕਰ ਸਕਦੇ ਵੱਡੇ ਹੋ ਕੇ, ਤੇ ਅਸੀਂ 8 ਘੰਟੇ ਛੱਡੋ 80 ਮਿੰਟ ਕੰਮ ਕਰਕੇ ਸਾਨੂੰ ਇਹ ਹੁੰਦਾ ਵੀ ਮੰਜਾ ਮਿਲ ਜੇ, ਨਹੀਂ ਮੈਂ ਮਰ ਜਾਣਾ। ਫਰਕ ਆ ਨਾ ਕਿਤੇ ਨਾ ਕਿਤੇ ਖੁਰਾਕ। ਤੇ ਗੁਰੂ ਸਾਹਿਬ ਕਹਿੰਦੇ ਦਹੀਂ ਚਾਵਲ ਖਾਂਦੇ ਸੀ ਬੜੇ ਪ੍ਰੇਮ ਨਾਲ। ਇੰਨੇ ਨੂੰ ਹੋਰ ਬੱਚਿਆਂ ਨੇ ਆ ਜਾਣਾ, ਮਾਂ ਨੇ ਉਹਨਾਂ ਨੂੰ ਵੀ ਪਾ ਕੇ ਦੇਣਾ। ਵੇਖੋ ਇਹ ਹੁੰਦਾ ਪ੍ਰੇਮ, ਇਹ ਨਹੀਂ ਵੀ ਆਪਣੇ ਪੁੱਤ ਨੂੰ ਖਵਾਤਾ ਤੇ ਦੂਜੇ ਬੱਚਿਆਂ ਨੂੰ ਨਹੀਂ ਦੇਖਣਾ। ਤੇ ਗੁਰੂ ਸਾਹਿਬ ਬਰਾਬਰ ਬਹਿੰਦੇ ਸੀ ਲੈ ਕੇ, ਜਿੰਨੇ ਬੱਚਿਆਂ ਨੇ ਉਹਨਾਂ ਭੋਜਨ ਸਾਰਿਆਂ ਨੂੰ ਛਕਾ ਦੇਣਾ, ਥੋੜਾ ਪਾ ਕੇ ਸਭ ਨੇ ਖਾਣਾ, ਕਿਉਂਕਿ ਉਹਨਾਂ ਨੂੰ ਚੰਗਾ ਲੱਗਦਾ ਸੀ ਗੁਰੂ ਨਾਨਕ ਨਾਲ ਬਹਿ ਕੇ ਛਕਣਾ। ਵੰਡ ਕੇ ਛਕਦੇ ਆ ਨਾ, ਜੇ ਅੱਜ ਉਹ ਆਪ ਵੰਡ ਕੇ ਛਕਦੇ ਤਾਂ ਹੀ ਉਪਦੇਸ਼ ਦਿੱਤਾ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਾਤਾ ਜੀ ਹਮੇਸ਼ਾ ਭੋਜਨ ਵੱਧ ਬਣਾਉਂਦੇ ਸੀ। ਅੱਗੇ ਪੁਰਾਣੇ ਪਿੰਡਾਂ ਵਿੱਚ ਵੀ ਅੱਜ ਵੀ ਭੋਜਨ ਖੁੱਲੇ ਦਿਲ ਨਾਲ ਬਣਦਾ ਹੈ। 4 ਗਵਾਂਢੀ ਵੀ ਆ ਜਦੋਂ ਵੀ ਰੱਜ ਕੇ ਜਾਂਦੇ ਸੀ, ਕਦੇ ਨਹੀਂ ਸੀ ਮੁੱਕਦਾ, ਥੁੜਦਾ ਨਹੀਂ ਸੀ, ਕਿਉਂਕਿ ਦਿਲ ਤੇ ਨੀਤਾਂ ਬਹੁਤ ਵੱਡੀਆਂ ਸੀ। ਮਾਤਾ ਤ੍ਰਿਪਤਾ ਜੀ ਨੇ ਭੋਜਨ ਬਣਾਇਆ, ਕਹਿੰਦੇ ਸਤਿਗੁਰਾਂ ਦੇ ਮਿੱਤਰ ਦੋਸਤ ਆ ਗਏ, ਉਹਨਾਂ ਨੂੰ ਵੀ ਭੋਜਨ ਕਰਾਇਆ ਏ। ਲੋਹਰ ਅਸਨ ਸਦਨ ਤੇ ਅਚਵਕੇ, ਮਿਲੇ ਬਾਲ ਜਹ ਜਾਲ। ਮਿੱਤਰਾਂ ਦੋਸਤਾਂ ਦੇ ਨਾਲ ਭੋਜਨ ਕੀਤਾ, ਛਕਿਆ ਤੇ ਖੇਡਣ ਚਲੇ ਗਏ। ਇਸੇ ਕਰਕੇ ਕਹਿੰਦੇ ਬੱਚੇ ਰੱਬ ਰੂਪ ਹੁੰਦੇ, ਬੱਚੇ ਜਾਤ ਥੋੜਾ ਵੇਖਦੇ, ਕਿਸੇ ਦੀ ਧਰਮ ਥੋੜਾ ਵੇਖਦੇ। ਜਿੱਥੇ ਕਿਸੇ ਨੇ ਖਵਾਤਾ ਕੌਲੀ ਫੜ ਕੇ ਉੱਥੇ ਖਾਣ ਲੱਗ ਜਾਂਦੇ। ਬਸ ਆਹੀ ਚੀਜ਼ਾਂ ਨੇ, ਕਦੇ ਸਾਡੇ 'ਚ ਹੈ ਨਾ ਤਾਂ ਛੇਤੀ ਅਸੀਂ ਕਿਸੇ ਦੇ ਖਾਣੇ ਆ ਤੇ ਨਾ ਕਿਸੇ ਨੂੰ ਖਵਾਉਣੇ ਆ।
ਜਦ ਆਪਾਂ ਬੱਚੇ ਸੀ ਕਿਸੇ ਨੇ ਲੱਡੂ ਵੀ ਦੇਤਾ ਉਹ ਵੀ ਸ਼ਹਿਦ ਵਰਗਾ, ਕਿਸੇ ਨੇ ਚਾਵਲ ਖਵਾਤੀ ਉਹ ਵੀ ਖਾ ਲੇ, ਰੋਟੀ ਦੇਤੀ ਉਹ ਵੀ ਖਾ ਲੇ, ਕਿਉਂਕਿ ਰੱਬ ਰੂਪ ਨੇ, ਫਰਕ ਹੀ ਕੋਈ ਨਹੀਂ ਅੰਦਰ, ਵੈਰ ਨਹੀਂ, ਵਿਰੋਧ ਨਹੀਂ, ਭਰਮ ਨਹੀਂ, ਕੋਈ ਨਹੀਂ। ਤੇ ਜਦੋਂ 6-7 ਸਾਲ ਦਾ ਹੁੰਦਾ ਮਾਂ ਬਾਪ ਦੇ ਦਿਮਾਗ 'ਚ ਭਰ ਦਿੰਦੇ ਆ ਇੱਧਰ ਨੂੰ ਨਹੀਂ ਜਾਣਾ ਤਾਏ ਦਾ ਘਰ ਹੈ, ਇੱਧਰ ਨੂੰ ਨਹੀਂ ਜਾਣਾ ਫਲਾਣੀ ਆਂਟੀ ਚੰਗੀ ਨਹੀਂ ਹੈਗੀ, ਪੁੱਤ ਉਹਦੇ ਕੋਲ ਨਹੀਂ ਰਹਿਣਾ। ਜਦੋਂ ਉਹਦੇ ਅੰਦਰ ਇਹ ਚੀਜ਼ਾਂ ਭਰ ਗਈਆਂ ਨਾ, ਵੈਰ ਵਿਰੋਧ ਜਿੱਡਾ ਮਰਜ਼ੀ ਹੋ ਜੇ, ਉਹ ਅੰਦਰ ਦਾ ਪਾਪ ਨਹੀਂ ਛੱਡ ਸਕਦਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਾਤਾ ਨੇ ਕਦੇ ਇਸ ਪਾਸੇ ਲਾਇਆ ਹੀ ਨਹੀਂ ਸੀ, ਤੇ ਜੇ ਲਾਉਂਦੇ ਵੀ ਸੀ ਤੇ ਲੱਗਦੇ ਨਹੀਂ ਸੀ। ਕਹਿੰਦੇ ਬੱਚਿਆਂ ਨਾਲ ਰੌਲਾ ਪਾਉਂਦੇ, ਖੇਡਦੇ, ਬਾਹਰ ਆ ਕੇ ਗਲੀ 'ਚ ਰੱਜੇ ਪੁੱਜੇ ਹੋਏ ਆ। ਤੇ ਬੱਚੇ ਨੂੰ ਜਦ ਮਰਜ਼ੀ ਵੇਖ ਲਓ, ਜਿੰਨਾ ਮਰਜ਼ੀ ਖਵਾ ਦਿਓ, ਉਹਨੇ ਫੇਰ ਆ ਕੇ ਕਹਿਣਾ ਹਾਏ ਭੁੱਖ ਲੱਗੀ ਹੈ, ਕਿਉਂਕਿ ਉਹ ਆਪਣੀ એનર્ਜੀ ਨੂੰ ਲਗਾ ਰਿਹਾ ਹੈ, ਕੈਲਰੀਆਂ ਬਰਨ ਕਰਦਾ ਹੈ। ਤੇ ਆਪਾਂ ਖਾ ਕੇ ਰੋਟੀ ਕਦੇ ਮੰਜਾ ਉਧਰ ਛੱਟ ਲਿਆ, ਕਦੇ ਇੱਧਰ ਪੈ ਗਏ ਜਾ ਕੇ, ਫਿਰ ਡਕਾਰ ਆਉਣ ਲੱਗ ਗਏ ਖੱਟੇ ਖੱਟੇ, ਹੁਣ ਐਸਿਡਿਟੀ ਦੀ ਗੋਲੀ ਲੈ, ਹੁਣ ਫਲਾਣਾ ਲੈ ਲਓ। ਬੱਚਿਆਂ ਵਾਂਗੂ ਕੰਮ ਨਹੀਂ ਨਾ ਕਰਦੇ। ਬੱਚੇ ਨੂੰ ਜਿੰਨਾ ਮਰਜ਼ੀ ਜਦ ਮਰਜ਼ੀ ਖਵਾ ਦਿਓ, ਉਹ ਹਮੇਸ਼ਾ ਭੁੱਖਾ ਹੀ ਰਹਿੰਦਾ ਹੈ, ਕਿਉਂਕਿ ਉਹਦੀ ਬਾਡੀ ਫਿੱਟ ਹੈ, ਉਹ ਸਿਹਤਮੰਦ ਹੈ। ਗੁਰੂ ਸਾਹਿਬ ਕਹਿੰਦੇ ਜਦ ਤੱਕ ਮਾਤਾ ਨਹੀਂ ਬੁਲਾਉਂਦੇ ਉਦੋਂ ਤੱਕ ਨਹੀਂ ਆਉਂਦੇ, ਬੱਚਿਆਂ ਨਾਲ ਬਾਹਰ ਹੀ ਖੇਡੀ ਜਾਂਦੇ, ਭੁੱਖ ਭੱਖ ਕਿਹੜੀ ਲੱਗ ਵੀ ਜਾਂਦੀ, ਪਰਵਾਹ ਕੋਈ ਨਹੀਂ ਹੈ। ਜਦੋਂ ਤੱਕ ਮਾਂ ਬੁਲਾਉਣ ਨਹੀਂ ਆਉਂਦੀ ਉਦੋਂ ਤੱਕ ਉਹਨਾਂ ਧੂਮ ਬਚਾ ਕੇ ਰੱਖਣੀ ਬਾਹਰ ਗਲੀ ਦੇ ਵਿੱਚ, ਕਦੇ ਆ ਕੇ ਨਹੀਂ ਕਹਿਣਾ ਮਾਂ ਭੁੱਖ ਲੱਗੀ ਮੈਨੂੰ ਰੋਟੀ ਦੇ। ਹਾਂ, ਜੇ ਮਾਂ ਬਾਹ ਫੜ ਕੇ ਲੈ ਆਈ ਫੇਰ ਕਹਿਣਾ ਮਾਤਾ ਭੁੱਖ ਲੱਗੀ ਹੈ। ਸੱਚੀ ਬੱਚਿਆਂ ਦਾ ਹੁੰਦਾ ਹੀ ਨਹੀਂ। ਮਾਤਾ ਜੀ ਨੇ ਵੇਖਣਾ, ਬੜੇ ਖੁਸ਼ ਹੋਣਾ, ਕਹਿੰਦਾ ਮੇਰਾ ਪੁੱਤ ਬੱਚਿਆਂ ਨਾਲ ਖੇਡਦਾ ਹੈ, ਪਰ ਮੋਹਰੀ ਹੋ ਕੇ ਖੇਡਦੇ ਆ। ਸਾਰੇ ਬੱਚੇ ਇਹਨਾਂ ਦੇ ਨਾਲ ਚੱਲਦੇ ਨੇ। ਅੱਡ ਨੂੰ ਪਰ ਕਟ ਟਿੰਕਣੀ ਹੋਵਤ ਸ਼ਬਦ ਵਿਸਾਲ। ਜਦੋਂ ਸ਼ਰਾਰਤਾਂ ਕਰਦੇ, ਨੰਗੇ ਪੈਰ ਦੌੜਦੇ, ਪੈਰਾਂ 'ਚ ਪਾਈਆਂ ਪੰਜੇਬਾਂ, ਹੱਥਾਂ 'ਚ ਪਾਏ ਘੁੰਗਰੂ, ਤੇ ਲੱਕ ਨਾਲ ਬੰਨੀਆਂ ਤੜਾਗੀਆਂ ਛਣਕਦੀਆਂ ਨੇ, ਤੇ ਸ਼ੋਰ ਮਚਾਉਂਦੇ, ਰੌਲਾ ਪਾਉਂਦੇ ਆ। ਕੋਈ ਗੱਡਾ ਲੰਘ ਗਿਆ ਉਹਦੇ ਪਿੱਛੇ ਭੱਜ ਲੈਣਾ, ਰੌਲਾ ਪਾਉਂਦੇ ਜਾਣਾ। ਕੋਈ ਕਿਵੇਂ ਆ ਗਿਆ ਉਹਦੇ ਪਿੱਛੇ, ਕਿਸੇ ਨੂੰ ਛੇੜਤਾ, ਕਿਸੇ ਨੂੰ ਕੁਛ ਬੋਲਤਾ। ਨਿਆਣੇ ਆ ਜੀ, ਬੱਚਿਆਂ ਦੇ ਮਨ 'ਚ ਹੁੰਦਾ ਕੋਈ ਵੈਰ ਵਿਰੋਧ ਵੀ ਇਹ ਬੰਦੇ ਨੂੰ ਆਪਾਂ ਏਦਾਂ ਬੋਲਤਾ ਕੱਲ੍ਹ ਨੂੰ ਨਹੀਂ ਬੁਲਾਉਣਾ। ਨਹੀਂ, ਜੋ ਸਿਖਾਓਗੇ ਉਹਨਾਂ ਉਹ ਹੀ ਸਿੱਖਣਾ ਹੈ। ਤੇ ਜਿਹੜੇ ਸਿਆਣੇ ਲੋਕ ਆਪਣੇ ਬੱਚਿਆਂ ਨੂੰ ਹਮੇਸ਼ਾ ਚੰਗੇ ਗੁਣ ਸਿਖਾਉਂਦੇ, ਉਹਨਾਂ ਨੂੰ ਪਤਾ ਹੈ ਚੰਗੇ ਦੱਬ ਕੇ ਸਿਖਾਓ, ਮਾੜੇ ਤੇ ਪਤਾ ਨਹੀਂ ਕਿੱਥੋਂ ਸਿਖਾਉਂਦੇ ਆ। ਜੇ ਆਪਾਂ ਮਾੜਾ ਸਿਖਾਵਾਂਗੇ ਨਾ, ਉਹਨਾਂ ਦਾ ਜੀਵਨ ਨਰਕ ਬਣ ਜਾਊ। ਸਾਰੀ ਜ਼ਿੰਦਗੀ ਈਰਖਾ ਹੀ ਕਰਦੇ ਰਹਿੰਦੇ ਇੱਕ ਦੂਜੇ ਨਾਲ, ਸੜੀ ਹੋ ਜਾਂਦੇ ਇੱਕ ਦੂਜੇ ਨੂੰ ਵੇਖ ਕੇ, ਆਹ ਏਦਾਂ ਕਿਉਂ ਕਰ ਗਿਆ, ਮੈਂ ਪਿੱਛੇ ਕਿਉਂ ਰਹਿ ਗਿਆ, ਉਹਦੇ ਕੋਲ ਆਹ ਕਿਉਂ ਆ, ਮੇਰੇ ਕੋਲ ਆਹ ਕਿਉਂ ਨਹੀਂ। ਪਰ ਜਿਹੜਾ ਬੱਚਿਆਂ ਦੀ ਪਰਵਰਿਸ਼ ਬਹੁਤ ਚੰਗੀ ਹੁੰਦੀ ਨਾ, ਚੰਗੇ ਮਾਂ ਬਾਪ ਕੋਲ ਚੰਗੇ ਗੁਣ ਹੁੰਦੇ ਆ, ਉਹ ਦੂਜੇ ਨੂੰ ਵਾਧਾ ਵੇਖ ਕਹਿੰਦੇ ਉਹ ਸੱਜਣਾ ਮੈਨੂੰ ਬੜੀ ਖੁਸ਼ੀ ਹੋਈ, ਤੂੰ ਅੱਗੇ ਚੱਲੇ, ਦਿਲ ਕਰਦਾ ਤੈਨੂੰ ਸਪੋਰਟ ਕਰਾਂ। ਕੱਲਾ ਧਰਮ ਕੀ ਕਰੂ ਜੇ ਸਮਾਜ ਦਾ ਹੀ ਬੁਰਾ ਹਾਲ ਹੋਇਆ। ਗੁਰੂ ਸਾਹਿਬ ਨੇ ਧਰਮ ਬਾਅਦ ਚੋਂ ਚਲਾਇਆ, ਪਹਿਲਾਂ ਸਮਾਜ ਨੂੰ ਸੁਧਾਰਿਆ। ਬਾਕੀ ਸਮਾਜਾਂ ਦੀ ਗੱਲ ਛੱਡੀ, ਆਪਾਂ ਆਪਣੇ ਪਰਿਵਾਰ 'ਚ ਇਹ ਗੱਲਾਂ ਲਾਗੂ ਕਰ ਲਈਏ ਤੇ ਸਾਡੀ ਤੇ ਜ਼ਿੰਦਗੀ ਸੁਧਰ ਜਾਏ। ਅੱਧ ਤੋਂ ਵੱਧ ਸਾਡੇ ਪੰਗੇ ਖਤਮ ਹੋ ਜਾਣ ਜੇ ਅਸੀਂ ਗੁਰੂ ਸਾਹਿਬ ਦੀ ਗੱਲਾਂ ਮੰਨ ਲਈਏ। ਅੱਧ ਤੋਂ ਵੱਧ ਪ੍ਰੋਬਲਮ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਖੂਬ ਧੂਮ ਮਚਾਉਂਦੇ, ਬੜਾ ਰੌਲਾ ਪਾਉਂਦੇ ਆ, ਹਾਹਾਕਾਰ ਮਚਦੀ ਹੈ। ਇਹਨਾਂ ਨੂੰ ਵੇਖਣ ਲੋਕੀ ਚੁਬਾਰਿਆਂ ਤੇ ਚੜ ਜਾਂਦੇ ਆ, ਕਿਉਂਕਿ ਨਿਆਣੇ ਆ। ਕਿਸੇ ਨੂੰ ਘੜੀਸ ਲਿਆ, ਕਿਸੇ ਨੂੰ ਸੁੱਟ ਲਿਆ, ਕਿਸੇ ਤੇ ਮਿੱਟੀ ਪਾਤੀ, ਕਿਸੇ ਤੇ ਪਾਣੀ ਦੀਆਂ ਛਿੱਟਾਂ ਪਾਉਂਦੇ ਨੇ। ਸੋ ਪਈ ਵਿਚਰੈ ਖੇਲਣ ਮੇ ਅਨੁਰਾਗੇ, ਭਾਗੇ ਭਗ ਹੈ ਬਾਲ ਸੁਭਾਗੇ। ਮਾਤਾ ਨੇ ਬੜੀ ਵਾਰ ਬਾਜਾਂ ਮਾਰਨੀਆਂ, ਸੁਣਦੇ ਨਹੀਂ ਕਿਸੇ ਦੀ ਹੈਗੇ। ਕਦੇ ਗੋਲੀ ਵਾਂਗੂ 20-25 ਇੱਧਰ ਨੂੰ ਭੱਜ ਲਏ, 5-10 ਇੱਧਰ ਨੂੰ ਭੱਜ ਗਏ। ਕਹਿੰਦੇ ਭੱਜ ਪਿੰਡ ਦੇ ਆਸੇ ਪਾਸੇ ਫਿਰਦੇ। ਕਦੇ ਕਿਸੇ ਗਲੀ 'ਚ ਖੇਡਦੇ ਹੁੰਦੇ, ਥੋੜੀ ਦੇਰ ਬਾਅਦ ਕਿਤੇ ਖੇਡਦੇ। ਨਿਆਣਿਆਂ ਦੀ ਜ਼ਿੰਦਗੀ, ਰਾਜਿਆਂ ਦੀ ਜ਼ਿੰਦਗੀ, ਉਹਨਾਂ ਨੂੰ ਕੀ ਫਰਕ ਆ ਵੀ ਦੁਸ਼ਮਣ ਦਾ ਘਰ ਆ, ਮਿੱਤਰ ਦਾ ਘਰ ਹੈ, ਵੱਡੀ ਜਾਤ ਦਾ, ਛੋਟੀ ਜਾਤ ਦਾ ਹੈ। ਬੱਚਿਆਂ ਲਈ ਸਿਰਫ ਦੁਨੀਆ ਹੈ, ਉਹ ਆਪਣੇ ਲਈ ਖੇਡਦੇ ਆ। ਤੇ ਜਿੱਦਣ ਵੱਡੇ ਹੋ ਜਾਂਦੇ ਆ ਉਧਰ ਫਿਰ ਦੁਨੀਆ ਲਈ ਨੱਚਦੇ ਫਿਰਦੇ ਆ। ਸਤਿਨਾਮ, ਇਹਨੂੰ ਵੀ ਖੁਸ਼ ਕਰ, ਆ ਵੀ ਨਾ ਦੁਖੀ ਹੋ ਜੇ, ਇਹਨੂੰ ਵੀ ਖੁਸ਼ ਰੱਖਾਂ, ਵੀ ਨਾ ਦੁਖੀ ਹੋ ਜੇ, ਆ ਵੀ ਨਾ ਪਰੇਸ਼ਾਨ ਹੋ ਜੇ, ਇਦਾਂ ਨਾ ਕਹਿੰਦੇ ਵੀ। ਤੇ ਬੱਚੇ ਨੂੰ ਫਰਕ ਹੈ। ਜੇ ਉਹਨੇ ਕਿਸੇ ਨੂੰ ਵੱਧ ਘੱਟ ਬੋਲਣਾ ਤੇ ਸਾਹਮਣੇ ਬੋਲ ਦੇਣਾ, ਜੇ ਉਹਨੇ ਚੰਗਾ ਕਹਿਣਾ ਤੇ ਚੰਗਾ ਹੀ ਕਹਿ ਦੇਣਾ। ਕਿਸੇ ਦੀ ਗੋਦੀ ਵੀ ਚੜ ਜਾਣਾ, ਭਾਵੇਂ ਦੁਸ਼ਮਣ ਵੀ ਘਰੇ ਆ ਜੇ, ਉਹਦੇ ਵੀ ਜਾ ਕੇ ਪੈਰੀ ਹੱਥ ਲਾਇਆ ਹੋਊਗਾ। ਬੱਚਾ ਹੀ ਹੈ। ਤੇ ਗੁਰੂ ਸਾਹਿਬ ਤੇ ਫਿਰ ਆਪ ਪਰਮਾਤਮਾ ਸਰੂਪ ਹਨ। ਕਹਿੰਦੇ ਬੱਚਿਆਂ ਨਾਲ ਉਹਨਾਂ ਦੇ ਘਰ ਵੀ ਜਾਣਾ ਜਿਨ੍ਹਾਂ ਦੇ ਘਰ ਕਲਿਆਣ ਚੰਦ ਨਹੀਂ ਸੀ ਆਉਂਦੇ ਜਾਂਦੇ। ਉਹਨਾਂ ਕਹਿਣਾ ਚੱਲ ਬਾਪੂ ਨਾਲ ਨਹੀਂ ਬਣਦੀ, ਬੱਚਾ ਬੜਾ ਪਿਆਰਾ ਭਾਈ, ਸਾਡੇ ਘਰੇ ਗੇੜਾ ਮਾਰੇ ਆਉਂਦਾ, ਖੇਡਣ ਜਾਣੇ ਨਹੀਂ। ਹੁਣ ਨਿਆਣੇ ਸਭ ਦੇ ਸਾਦੇ। ਤੇ ਗੁਰੂ ਸਾਹਿਬ ਜਿਹਦੇ ਘਰ ਜਾ ਕੇ ਖੇਡਦੇ ਹੋਣੇ, ਉਹ ਕਿੱਡੇ ਕਰਮਾਂ ਵਾਲੇ ਹੋਣਗੇ, ਜਿਨ੍ਹਾਂ ਦੇ ਵਿਹੜੇ ਰੱਬ ਆਪ ਖੇਡਦਾ ਏ। ਫਿਰ ਹੋਵਤ
ਲਿਖਤ ਹੋਵੈ ਸਾਰੇ, ਬੈਸੈ ਬੈਸ ਜਾਏ ਇੱਕ ਬਾਰੇ। ਕਹਿੰਦੇ ਕਈ ਵਾਰ ਜਦੋਂ ਸ਼ਰਾਰਤਾਂ ਕਰਨੀਆਂ ਤੇ ਸ਼ਰਾਰਤਾਂ ਤੋਂ ਮਨ ਭਰ ਜਾਣਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਉੱਚੇ ਥੜੇ ਤੇ ਬਹਿ ਕੇ ਸਾਰਿਆਂ ਨੂੰ ਬਿਠਾ ਲੈਣਾ। ਕਹਿੰਦੇ ਹੁਣ ਆਪਾਂ ਸ਼ਰਾਰਤ ਨਹੀਂ ਕਰਨੀ, ਕਿਸੇ ਨੂੰ ਛੇੜਨਾ ਨਹੀਂ, ਕਿਸੇ ਨੂੰ ਕੁਝ ਕਹਿਣਾ ਨਹੀਂ। ਲੋਕ ਗੱਲਾਂ ਸੁਣਦੇ, ਕਹਿੰਦੇ ਬੜੇ ਸਿਆਣੇ ਬਣੇ ਫਿਰਦੇ ਨਾ, ਜਿਵੇਂ ਸੱਥ ਲੱਗਦੀ ਨਾ ਬਜ਼ੁਰਗਾਂ ਦੀ, ਏਦਾਂ ਬਿਠਾ ਲੈਣੇ ਸਾਰੇ। ਆਪ ਗੁਰੂ ਸਾਹਿਬ ਉੱਚੀ ਥਾਂ ਤੇ ਬਹਿ ਕੇ ਜਾ ਖੜ ਕੇ ਉਹਨਾਂ ਨੂੰ ਸੰਬੋਧਨ ਕਰਦੇ ਨੇ। ਨਾਨਕੇ ਆਨਨ ਭਨੈ ਕਹਾਣੀ, ਭਗਤ ਬਿਰਾਗ ਬਿਖੈ ਜੋ ਜਾਨੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਸੁਣਾਉਂਦੇ ਆ ਜੀ? ਉਮਰ ਤੇ 5.5 ਸਾਲ ਹੈ। ਕਹਿੰਦੇ ਜੋ ਦਾਦੀ ਬਨਾਰਸੀ ਧਰਮ ਦੀਆਂ ਗੱਲਾਂ ਸੁਣਾਉਂਦੀ ਸੀ ਨਾ, ਅੱਜ ਕਿੱਥੇ ਆ ਜੀ ਦਾਦੀਆਂ ਕੋਲ ਟਾਈਮ? ਦਾਦੀਆਂ ਦੇ ਆਪਣੇ WhatsApp ਪੂਰੇ ਨਹੀਂ ਹੁੰਦੇ, ਫੇਸਬੁੱਕਾਂ ਨਹੀਂ ਪੂਰੀਆਂ ਹੁੰਦੀਆਂ। ਕਿੱਥੇ ਆ ਜ਼ਮਾਨਾ ਉਹ ਵਾਲਾ? ਜਦ ਪਤਾ ਹੀ ਨਹੀਂ, ਦੱਸਣਾ ਹੀ ਕੁਛ ਨਹੀਂ ਤੇ ਬੱਚਿਆਂ ਸੁਣਾਉਣਾ ਕੀ ਆ? ਡੋਰੀਮੋਨ ਦਾ ਸਾਰਿਆਂ ਨੂੰ ਪਤਾ, ਦਾਦੀ ਨੂੰ ਵੀ ਪਤਾ ਹੁੰਦਾ ਵੀ ਪੁੱਤ ਅੱਧਾ ਘੰਟਾ ਵੇਖਦਾ, ਉਹ ਵੀ ਘੰਟਾ ਵੇਖੀ ਜਾਂਦੀ ਬੈਠੀ, ਕੋਈ ਚੱਲਣ ਦੇ ਲੈ ਟਾਈਮ ਪਾਸ ਵਧੀਆ। ਸਿੱਖਣਾ ਕੀ ਹੈ? ਉਹਨਾਂ ਸਮਿਆਂ 'ਚ ਮਾਤਾ ਬਨਾਰਸੀ ਦਾਦੀ ਸੁਣਾਉਂਦੇ ਆ, ਤੇ ਗੁਰੂ ਸਾਹਿਬ ਨੇ ਜੋ ਸੁਣਿਆ ਹੋਣਾ ਜਾ ਕੇ ਬੱਚਿਆਂ ਨੂੰ ਸੁਣਾਈ ਜਾਣਾ ਵੀ ਏਦਾਂ ਸੀ, ਫਲਾਣਾ ਸਾਧੂ ਸੀ, ਆਹ ਕਰਨਾ। ਵਿੱਚ ਵਿਚਾਲੇ ਕੋਈ ਗੱਲ ਕੱਟਤੀ, ਕੋਈ ਸਕਿਪ ਕਰਤੀ, ਕੋਈ ਪੂਰੀ ਸੁਣਾਤੀ। ਫਿਰ ਪੁੱਛਣਾ ਦੂਜਿਆਂ ਨੂੰ, ਕੱਲ ਪਤਾ ਕੀ ਸੁਣਾਇਆ ਸੀ? ਉਹ ਜਿੱਦ ਕੇ ਸੁਣ ਕੇ ਆਉਂਦੇ ਆ ਘਰੋਂ, ਕਹਿੰਦੇ ਸਾਡੀ ਵੀ ਸੁਣੋ। ਕੀ ਹੈ ਇਹ? ਜੋ ਘਰੋਂ ਮਿਲਿਆ ਉਹੀ ਬਾਹਰ ਦੱਸਿਆ ਜਾਏਗਾ। ਜੋ ਸਾਨੂੰ ਸਾਡੇ ਘਰ ਤੋਂ ਮਿਲਣਾ ਨਾ, ਸਾਨੂੰ ਸਾਡਿਆਂ ਤੋਂ ਮਿਲਣਾ ਹੈ। ਸਾਡੀ ਉੱਠਣੀ ਬੈਠਣੀ ਬੋਲਣੀ ਚੱਲਣੀ ਤੋਂ ਪਤਾ ਲੱਗ ਜਾਂਦਾ ਬੰਦਾ ਕਿੰਨੇ ਕੁ ਪਾਣੀ 'ਚ ਹੈ, ਇਹਦਾ ਕਿੱਡਾ ਕੁ ਵੱਡਾ ਖਾਨਦਾਨ ਹੋਣਾ। ਕਹਿਣ ਨੂੰ ਤੇ ਜਿਹਨੂੰ ਮਰਜ਼ੀ ਛੇੜ ਲਾ, ਅਸੀਂ ਖਾਨਦਾਨੀ ਆ। ਕੋਈ ਖਾਨਦਾਨੀ ਏਦਾਂ ਦਿਸਦੀਆਂ, ਖਾਨਦਾਨੀਆਂ ਬੋਲਣ ਤੋਂ ਪਤਾ ਲੱਗਦੀਆਂ ਨੇ, ਖਾਨਦਾਨੀਆਂ ਵਰਤਣ ਤੋਂ ਪਤਾ ਲੱਗਦੀਆਂ ਨੇ। ਉਦੋਂ ਪਤਾ ਲੱਗਦਾ ਤੂੰ ਉੱਠਦਾ ਬਹਿਦਾ ਕਿਵੇਂ ਆ, ਤੇਰੀ ਖਾਨਦਾਨੀ ਕਿੰਨੇ ਕੁ ਪਾਣੀ 'ਚ ਹੈ, ਇਹ ਉਦੋਂ ਪਤਾ ਲੱਗਦਾ। ਤੇ ਗੁਰੂ ਸਾਹਿਬ ਨੇ ਜਦੋਂ ਕਹਿੰਦੇ ਪਿਆਰ ਦੇ ਵਚਨ ਸੁਣਾਉਣੇ, ਬੱਚਿਆਂ ਦੀ ਗੱਲ ਛੱਡੋ। ਭਾਈ ਬਾਲਾ ਜੀ ਕਹਿੰਦੇ ਪਿੰਡਾਂ ਦੇ ਬਜ਼ੁਰਗ ਜਿਹੜੇ ਆਸੇ-ਪਾਸੇ ਰਹਿੰਦੇ ਸੀ, ਆਉਂਦੇ ਜਾਂਦੇ ਨਾ, ਉਹ ਵੀ ਖੜ ਕੇ ਸੁਣਦੇ ਰਹਿੰਦੇ। ਕਹਿੰਦੇ ਇੰਨੇ ਸੋਹਣੇ ਮੁਖ ਤੋਂ ਇਹ ਗੱਲਾਂ ਲੈ ਕੇ ਕਿੱਥੋਂ ਆਉਂਦਾ? ਬੜੀਆਂ ਮਿੱਠੀਆਂ ਮਿੱਠੀਆਂ ਪੋਲੀਆਂ ਦੀਆਂ ਗੱਲਾਂ ਗੁਰੂ ਸਾਹਿਬ ਕਰ ਜਾਂਦੇ ਆ, ਤੇ ਜਿੱਥੇ ਬੱਚੇ ਸੁਣਦੇ ਬਜ਼ੁਰਗ ਵੀ ਸੁਣ ਜਾਂਦੇ। ਬੜਿਆਂ ਨੇ ਆ ਕੇ ਦੱਸਣਾ, ਕਲਿਆਣ ਚੰਦ ਤੇਰਾ ਪੁੱਤ ਬੜਾ ਸਿਆਣਾ। ਕਹਿੰਦੇ ਸਵਾਹ ਸਿਆਣਾ, ਉਹਨੂੰ ਤੇ ਸਮਾਨ ਸੁੱਟਣ ਤੋਂ ਬਿਨਾਂ ਕੰਮ ਨਹੀਂ, ਤੇ ਢੀਠ ਬੜਾ। ਤੁਹਾਨੂੰ ਕਿਹਨੇ ਕਹਿਤਾ ਗਿਆਨ ਬੜਾ ਉਹਨੂੰ? ਹੁਣ ਜਿਹੜਾ ਵਿਚਾਰਾ ਸਿਫਤ ਜੀ ਕਰਨਾ ਆਉਂਦਾ, ਵੀ ਢਿੱਲਾ ਜਾ ਕੇ ਕੰਨ ਮੋੜ ਕੇ ਚਲੇ ਜਾਂਦਾ ਵੀ ਲੈ ਇਹਨੂੰ ਨਹੀਂ ਕੁਝ ਸਮਝ ਆਉਂਦੀ, ਇਹ ਨਹੀਂ ਸੁਧਰ ਸਕਦਾ। ਬੜਾ ਕੁਝ ਏਦਾਂ ਦਾ ਹੋਣਾ। ਸੋ ਸਮਾਂ ਸਮਾਪਤ ਹੈ ਭਾਈ। ਇਹ ਮਰਦ ਦੇ ਬਚਪਨ ਦੇ ਚੂਰ ਚੱਲ ਪਏ ਆ। ਹੁਣ ਰੋਜ਼ ਮਰਦ ਚੂਰ ਵਰਤਾਇਆ ਕਰਨਗੇ, ਤੇ ਆਪਾਂ ਸੁਰਤ ਕਰਕੇ ਰਾਜ ਭੋਜ ਦੀ ਤਲਵੰਡੀ ਜਾ ਕੇ ਆਨੰਦ ਮਾਣਿਆ ਕਰਨਾ। ਮਰਦ ਏਦਾਂ ਹੀ ਕਿਰਪਾ ਕਰਦੇ ਨੇ। ਇਹ ਤੇ ਸੱਚਖੰਡ ਦੀ ਅਵਸਥਾ ਹੈ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਲਈ, ਸਮਝ ਲਓ ਗੁਰੂ ਸਾਹਿਬ ਨੂੰ ਅੱਖਾਂ ਨਾਲ ਖੇਡਦੇ ਵੇਖ ਲਿਆ। ਐਡੀ ਕਿਰਪਾ ਭਾਈ ਬਾਲਾ ਜੀ ਨੇ ਵਰਤਾਈ ਹੋਈ ਹੈ। ਮਹਾਰਾਜ ਦੀ ਕਿਰਪਾ ਨਾਲ ਆਪਾਂ ਏਦਾਂ ਹੀ ਜੁੜ ਕੇ ਆਨੰਦ ਮਾਣਦੇ ਰਹੀਏ। ਵਾਹਿਗੁਰੂ ਵਾਹਿਗੁਰੂ।